देखो मैं तुहानूं पत्र दिखा रहा है, इहनूं जरूर दिखाओ। ਅਸੀਂ ਜਿਹੜਾ ਇੱਕ ਸੰਵਿਧਾਨਿਕ ਹੱਕ ਲੈ ਕੇ ਅਸੀਂ ਨੋਟਿਸ ਦੇ ਕੇ ਬਕਾਇਦਾ ਅਸੀਂ ਇੱਥੇ ਭਰਤੀ ਹੋਏ ਹਾਂ। ਅਸੀਂ ਨੋਟਿਸ ਦੇ ਕੇ ਹੜਤਾਲ ਕੀਤੀ ਹੈ ਔਰ ਪੂਰੇ ਹੀ ਜਿਹੜੇ ਰੂਲਸ ਰੈਗੂਲੇਸ਼ਨਸ ਬਣਦੇ ਨੇ ਭਰਤੀ ਦੇ ਉਹਦੇ ਅੰਡਰ ਭਰਤੀ ਹੋਏ ਹਾਂ। ਭਾਵੇਂ ਆਊਟਸੋਰਸ 'ਤੇ ਸੀਗੇ ਬੰਦੇ ਸਾਡੇ, ਭਾਵੇਂ ਉਹ ਕੰਟਰੈਕਟ 'ਤੇ ਸੀਗੇ, ਪਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਨੀਤ ਇਹ ਠੀਕ ਨਹੀਂ ਹੈਗੀ। ਆਹ ਲੈਟਰ ਜਾਰੀ ਕਰਤੇ ਹੈ, ਸਾਡੇ ਘਰਾਂ ਭੇਜਤੇ। ਕੱਲ੍ਹ ਅਸੀਂ ਰਿਸੀਵ ਕਰਨ ਤੋਂ ਮਨਾ ਕਰਤਾ ਸੀਗਾ, ਬਾਈ ਪੋਸਟ ਸਾਡੇ ਘਰ ਭੇਜਤੇ ਹੈ। ਤਾਨਾਸ਼ਾਹੀ ਫਰਮਾਨ ਨੇ ਉਹਨਾਂ ਨੇ ਇਹ ਵੀ ਜਾਰੀ ਕਰਤਾ ਹੈ ਕਿ ਸਾਨੂੰ ਜਿਹੜੇ ਬੰਦੇ ਪ੍ਰੋਵਾਈਡ ਕਰਾਓ, ਅਸੀਂ ਇਹ ਬੰਦੇ ਕੱਢ ਦੇਣੇ ਕਿ ਜਿੰਨੇ ਵੀ ਜਿਹੜੀ ਰੋਡ ਪੰਜਾਬ ਰੋਡ ਪਨਬਸ ਦੀ ਬੱਸ ਖੜੀ ਹੈ ਉਹ ਨਵੀਂ ਭਰਤੀ ਕਰਕੇ ਚਲਾਈ ਜਾਵੇ ਅਤੇ ਇਹਨਾਂ ਨੂੰ ਕੱਢ ਦਿੱਤਾ ਜਾਵੇ। ਇਹ ਨਾਦਰਸ਼ਾਹੀ ਫਰਮਾਨ ਨੇ ਉਹਨਾਂ ਦੀ। ਪ੍ਰਮੁੱਖ ਸਕੱਤਰ ਦਾ ਇੱਕੋ ਜਵਾਬ ਸੀਗਾ ਕਿ ਮੈਂ ਜਿੰਨੀ ਵੀ ਤੁਹਾਡੀ ਗੱਲਬਾਤ ਹੈ ਉਹ ਕਰਕੇ ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ ਦੱਸਾਂਗਾ। ਹੁਣ ਇਹ ਨਹੀਂ ਪਤਾ ਸੀਐਮ ਸਾਹਿਬ ਉਹ ਪੰਜਾਬ ਦੇ ਸੀਐਮ ਸਾਹਿਬ ਨੇ ਕਿਸੇ ਹੋਰ ਕੰਟਰੀ ਦੇ ਨੇ ਜਾਂ ਕਿਸੇ ਹੋਰ ਸਟੇਟ ਦੇ ਨੇ, ਜਿਹੜੇ ਸਾਡੇ ਨਾਲ ਗੱਲੇ ਨਹੀਂ ਕਰਦੇ। ਜੇ ਕੱਢਣਾ ਹੀ ਆ, ਜੇ ਨਵੇਂ ਭਰਤੀ ਕਰਨੀ ਹੈ, ਫਿਰ ਮੀਟਿੰਗ ਕਿਉਂ ਬੁਲਾਈ ਗਈ ਆ? ਜਿਹੜੇ ਜਥੇਬੰਦੀ ਜਿਹੜੀ ਵਿਰੋਧ ਕਰ ਰਹੀ ਹੈ। ਫਾਰਮ ਹਾਊਸ ਵੀ ਸੀਗੇ, ਸਾਨੂੰ ਮੀਟਿੰਗ ਮਿਲੀ ਅਤੇ ਪ੍ਰਸ਼ਾਸਨ ਆ ਨਾ ਉੱਥੋਂ ਕੱਢਤਾ, ਅਤੇ ਹੁਣ ਉਹ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ। ਪਰ ਅਸੀਂ ਦੱਸ ਦਈਏ ਕਿ ਤੁਸੀਂ ਨਿਕਲਦਾ ਗਏ ਬੜੋਗੇ ਉਦੋਂ ਜਦੋਂ ਸਾਨੂੰ ਪੱਕਿਆਂ ਕਰ ਦੂੰਗੇ। ਤੌਰ 'ਤੇ ਜਿਹੜੀ ਸਿਆਸੀ ਪਾਰਟੀਆਂ ਸੱਤਾ 'ਤੇ ਹੁੰਦੀਆਂ ਉਹਨਾਂ ਨੂੰ ਲਾਹਾ ਹੁੰਦਾ ਵੋਟਾਂ ਦਾ। 22 ਦੇ ਵਿੱਚ ਚੋਣਾਂ ਆ ਰਹੀਆਂ, ਚੋਣ ਕੀ ਚਾਹੁੰਦੀ ਨਹੀਂ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਕਾਂਗਰਸ ਦੇ ਉਮੀਦਵਾਰ ਚੋਣਾਂ ਜਿੱਤਣ, ਉਹਨਾਂ ਦਾ ਵਿਰੋਧ ਨਾ ਹੋਵੇ ਪਿੰਡਾਂ ਦੇ ਵਿੱਚ। ਕਿਉਂ ਨਹੀਂ ਚਾਹੁੰਦੇ? ਵਾਰ-ਵਾਰ ਮੁਲਾਜ਼ਮ ਜਿਹੜੇ ਹੈਗੇ ਚੇਤਾਵਨੀਆਂ ਦੇ ਰਹੇ ਆ ਸਰਕਾਰ ਨੂੰ ਕਿ ਅਗਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ 22 ਦੀਆਂ ਚੋਣਾਂ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਹੋਵੇਗਾ ਕਾਲੀ ਝੰਡੀਆਂ ਨਾਲ। ਫਿਰ ਮੁੱਖ ਮੰਤਰੀ ਕਿਉਂ ਜਿਹੜਾ ਹੈਗਾ ਇਸ ਰਾਹ 'ਤੇ ਤੁਰੇ ਹੋਏ ਨੇ ਕਿ ਵਿਰੋਧ ਹੋਵੇ ਕਾਂਗਰਸੀਆਂ ਦਾ? ਤੁਸੀਂ ਦੇਖੋ ਆ ਬੱਸਾਂ ਜਾ ਰਹੀਆਂ ਨੇ, ਤੁਸੀਂ ਹੁਣ ਵੀ ਲਾਈਵ ਦੇਖ ਸਕਦੇ ਹੋ। ਇਹ ਸਪੈਸ਼ਲ ਗੱਡੀਆਂ ਜਾ ਰਹੀਆਂ ਨੇ ਸਿਰਫ ਹੜਤਾਲ ਨੂੰ ਫੇਲ ਕਰਨ ਵਾਸਤੇ। ਪਹਿਲੇ ਦਿਨ ਹੜਤਾਲ ਸ਼ੁਰੂ ਕੀਤੀ ਸੀ, ਤੁਸੀਂ ਕਿਹਾ ਵਿਰੋਧ ਕਰਾਂਗੇ ਜੇ ਸਪੈਸ਼ਲ ਗੱਡੀਆਂ ਲਾਈਆਂ ਅਸੀਂ ਰੋਕਾਂਗੇ, ਪਰੰਤੂ ਫਿਰ ਤੁਹਾਡੀ ਕਾਰਵਾਈ ਤਾਂ ਕੋਈ ਨਹੀਂ ਹੈ। ਅਸੀਂ ਦੇਖੋ ਅਸੀਂ ਰਹਿਣਾ ਕਾਨੂੰਨ ਦੇ ਵਿੱਚ, ਅਸੀਂ ਲਿਖ ਕੇ ਦਿੱਤਾ ਜੀਐਮ ਸਾਹਿਬ ਨੂੰ। ਹੁਣ ਦੇਖੋ ਕਾਰਵਾਈ ਜੀਐਮ ਸਾਹਿਬ ਨੇ ਕਰਨੀ ਹੈ। ਕੀ ਅਸੀਂ ਕਾਨੂੰਨ ਹੱਥ 'ਚ ਲੈ ਲਈਏ? ਸਰਕਾਰਾਂ ਤਾਂ ਸਾਨੂੰ ਪਹਿਲੇ ਨਹੀਂ ਚਾਹੁੰਦੀਆਂ। ਮੰਨ ਲਓ ਅਸੀਂ ਹੁੱਲੜਬਾਜੀ ਕਰਦੇ ਹਾਂ ਤਾਂ ਸਾਨੂੰ ਅੱਤਵਾਦੀ ਗਰਦਾਨਣਗੇ ਵੀ ਇਹ ਅੱਤਵਾਦੀ ਨੇ। ਇਹ ਕਰਮਚਾਰੀ ਤਾਂ ਹੈ ਹੀ ਨਹੀਂ। ਅਸੀਂ ਕਿਸੇ ਨਾਲ ਹੱਥੋਂ ਪਾਈ ਨਹੀਂ ਕਰਨਾ ਚਾਹੁੰਦੇ। ਇਸ ਤਰ੍ਹਾਂ ਜਿੱਦਾਂ ਰੋਜ਼ਾਨਾ ਦੱਸਿਆ ਕਿ 5 ਕਰੋੜ ਰੁਪਏ ਰੋਜ਼ਾਨਾ ਘਾਟਾ ਪੈ ਰਿਹਾ। ਹੁਣ ਜੇ ਲੰਬੀ ਹੜਤਾਲ ਚੱਲੇਗੀ, ਕੱਲ੍ਹ ਨੂੰ ਰੋਡਵੇਜ਼ ਨੂੰ ਘਾਟੇ 'ਚ ਦਿਖਾ ਕੇ ਇਹਨਾਂ ਨੇ ਖਤਮ ਹੀ ਕਰਤਾ ਮਹਿਕਮਾ, ਫਿਰ ਕੀ ਕਰੋਗੇ? ਬਿਲਕੁਲ ਗਲਤ ਗੱਲ ਹੈ ਅਫਸਰਾਂ ਵਾਸਤੇ ਵੀ ਰੋਡਵੇਜ਼ ਘਾਟੇ ਜਾ ਰਹੀ। ਰੋਡਵੇਜ਼ ਕੋਈ ਘਾਟੇ 'ਚ ਨਹੀਂ ਜਾ ਰਹੀ। ਇਹ ਆਪਣੇ ਆਪ ਨੂੰ ਰਾਜਾ ਮਹਾਰਾਜਾ ਕਹਿੰਦਾ। ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦਾ ਕਿ ਉਹਨਾਂ ਦੇ ਵਰਗਾ ਰਾਜ ਚਲਾਉਣਾ, ਉਹਨਾਂ ਦੇ ਤਾਂ ਪੈਰਾਂ ਬਰਾਬਰ ਵੀ ਨਹੀਂ ਹੈ ਜੀ ਕੈਪਟਨ। ਇਹ ਨਹੀਂ ਕਰ ਸਕਦੇ। ਇਹਦੀ ਸੱਤਾ ਨਹੀਂ ਆਏਗੀ 2022 ਦੇ ਵਿੱਚ ਜੇਕਰ ਇਹ ਸਾਡੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕਰਦਾ। ਛੇ ਸਤੰਬਰ ਤੋਂ ਪੰਜਾਬ ਭਰ ਦੇ ਵਿੱਚ ਪਨ ਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਚੱਲ ਰਹੀ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਅੱਜ ਜਿਹੜੀ ਹੈਗੀ ਹੈ ਲਗਾਤਾਰ ਜਾਰੀ ਰਹੀ। ਉਮੀਦ ਸੀ ਕਿ ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੋਂ ਬਾਅਦ ਮਸਲੇ ਦਾ ਹੱਲ ਹੋਵੇਗਾ, ਪਰੰਤੂ ਮੀਟਿੰਗ ਬੇਸਿੱਟਾ ਰਹੀ ਅਤੇ ਮੀਟਿੰਗ ਜਿਹੜੀ ਹੈਗੀ ਆ ਦੇ ਕੋਈ ਜਿਹੜਾ ਹੈਗਾ ਹੱਲ ਨਹੀਂ ਨਿਕਲਿਆ ਮੁਲਾਜ਼ਮਾਂ ਦਾ, ਜਿਸ ਤੋਂ ਬਾਅਦ ਇਹ ਹੜਤਾਲ ਲਗਾਤਾਰ ਜਾਰੀ ਆ ਅਤੇ ਮੁਲਾਜ਼ਮਾਂ ਨੇ ਅਗਲੇ ਸੰਘਰਸ਼ ਦਾ ਜਿਹੜਾ ਹੈਗਾ ਐਲਾਨ ਕੀਤਾ ਹੈ। ਗੱਲ ਵੀ ਕਰਾਂਗੇ ਮੁਲਾਜ਼ਮਾਂ ਦੇ ਨਾਲ ਕਿ ਆਖਰ ਸਰਕਾਰ ਵੱਲੋਂ ਮਸਲੇ ਦਾ ਹੱਲ ਨਹੀਂ ਕੀਤਾ, ਪਰੰਤੂ ਦਿਖਾ ਦਿੰਦੇ ਤੁਹਾਨੂੰ ਪਿੱਛੇ ਪੰਜਾਬ ਰੋਡਵੇਜ਼ ਰੂਪਨਗਰ ਡਿਪੂ ਦੀਆਂ ਤਸਵੀਰਾਂ। ਅਤੇ 3 ਦਿਨਾਂ ਤੋਂ ਰੋਡਵੇਜ਼ ਦੀਆਂ ਜਿਹੜੀਆਂ ਹੈਗੀਆਂ ਪਨ ਬੱਸ ਦੀਆਂ ਬੱਸਾਂ ਬੱਸ ਅੱਡੇ ਦੇ ਅੰਦਰ ਚੱਕਾ ਜਾਮ ਹੋਣ ਕਰਕੇ ਖੜੀਆਂ ਨੇ, ਜਿਸ ਕਾਰਨ ਪੰਜਾਬ ਦੇ ਵਿੱਚ ਲਗਭਗ 2100 ਬੱਸਾਂ ਦਾ ਚੱਕਾ ਜਾਮ ਹੈ ਅਤੇ ਲਗਭਗ ਸਰਕਾਰ ਨੂੰ ਜਿਹੜਾ ਹੈਗਾ ਮੁਲਾਜ਼ਮਾਂ ਦੇ ਅਨੁਸਾਰ 4 ਕਰੋੜ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ। ਅਤੇ ਇੱਥੇ ਧਰਨਾ ਵੀ ਚੱਲ ਰਿਹਾ ਇਹਨਾਂ ਦਾ। ਅਣਮਿੱਥੇ ਸਮੇਂ ਲਈ ਗੱਲ ਕਰਦੇ ਹਾਂ ਅਤੇ ਇਹਨਾਂ ਦੇ ਨਾਲ ਦਿਖਾਉਂਦੇ ਤਸਵੀਰਾਂ ਤੁਹਾਨੂੰ ਧਰਨੇ ਦੀਆਂ ਦਿਖਾ ਦਿੰਦੇ ਹਾਂ। ਤੋਂ ਪੱਕਾ ਜਿਹੜਾ ਹੈਗਾ ਕੱਚੇ ਮੁਲਾਜ਼ਮਾਂ ਦਾ ਪੱਕਾ ਧਰਨਾ ਜਿਹੜਾ ਹੈਗਾ ਇੱਥੇ ਚੱਲ ਰਿਹਾ, ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਰੋਪੜ ਦੀਆਂ, ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਲਾਈਵ ਤਸਵੀਰਾਂ ਤੁਸੀਂ ਦਿਖਾ ਰਹੇ ਹਾਂ ਤੁਹਾਨੂੰ, ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਰੋਪੜ ਤੋਂ ਤੁਹਾਨੂੰ ਦਿਖਾ ਰਹੇ ਹਾਂ। ਮੁਲਾਜ਼ਮਾਂ ਦਾ ਜਿਹੜਾ ਹੈਗਾ ਰੋਹ ਸਰਕਾਰ ਦੇ ਖਿਲਾਫ ਲਗਾਤਾਰ ਵੱਧਦਾ ਜਾ ਰਿਹਾ ਹੈ, ਕਿਉਂਕਿ ਅੱਜ ਉਮੀਦ ਜਤਾਈ ਜਾ ਰਹੀ ਸੀ ਕਿ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਹੱਲ ਹੋ ਜਾਵੇਗਾ, ਪਰੰਤੂ ਮਸਲੇ ਦਾ ਨਹੀਂ ਹੱਲ ਹੋਇਆ। ਸੋ ਗੱਲ ਵੀ ਕਰ ਲੈਂਦੇ ਹਾਂ ਮੁਲਾਜ਼ਮਾਂ ਦੇ ਨਾਲ ਗੱਲ ਵੀ ਕਰ ਲੈਂਦੇ ਹਾਂ ਕਿ ਆਖਿਰ ਕਹਿਣਾ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ।
ਸਰ 3 ਦਿਨਾਂ ਤੋਂ ਹੜਤਾਲ ਜਿਹੜੀ ਚੱਲ ਰਹੀ ਸੀ, ਅੱਜ ਉਮੀਦ ਸੀ ਕਿ ਮੀਟਿੰਗ ਦੇ ਬਾਅਦ ਹੱਲ ਹੋ ਜਾਵੇਗਾ। ਮੁੱਖ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਸੀ। ਕੀ ਗੱਲਬਾਤ ਹੋਈ ਆ? ਕਿਉਂ ਬੇਸਿੱਟਾ ਰਹੀ ਹੈ ਮੀਟਿੰਗ? ਆਖਰ ਸਰਕਾਰ ਹੱਲ ਕਿਉਂ ਨਹੀਂ ਕਰਨਾ ਚਾਹੁੰਦੀ? ਸਭ ਤੋਂ ਪਹਿਲਾਂ ਪ੍ਰਸ਼ਾਸਨ ਨੇ ਧੋਖਾ ਕੀਤਾ ਸਾਡੇ ਨਾਲ। ਸਾਨੂੰ ਉਦਣ ਮੀਟਿੰਗ ਮਿਲੀ ਤੇ ਕਿਹਾ ਗਿਆ ਕਿ ਸਾਡੀ ਜਿਹੜੀ ਮੀਟਿੰਗ ਹੈ ਉਹ ਮੁੱਖ ਮੰਤਰੀ ਨੇ ਕਰਾਈ ਜਾਏਗੀ, ਪਰ ਪ੍ਰਮੁੱਖ ਸਕੱਤਰ ਹੀ ਉੱਥੇ ਪਹੁੰਚੇ ਆ। ਪ੍ਰਮੁੱਖ ਸਕੱਤਰ ਦਾ ਇੱਕੋ ਜਵਾਬ ਸੀਗਾ ਕਿ ਮੈਂ ਜਿੰਨੀ ਵੀ ਤੁਹਾਡੀ ਗੱਲਬਾਤ ਹੈ ਉਹ ਕਰਕੇ ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ ਦੱਸਾਂਗਾ। ਹੁਣ ਇਹ ਨਹੀਂ ਪਤਾ ਸੀਐਮ ਸਾਹਿਬ ਉਹ ਪੰਜਾਬ ਦੇ ਸੀਐਮ ਸਾਹਿਬ ਨੇ ਕਿਸੇ ਹੋਰ ਕੰਟਰੀ ਦੇ ਨੇ ਜਾਂ ਕਿਸੇ ਹੋਰ ਸਟੇਟ ਦੇ ਨੇ, ਜਿਹੜੇ ਸਾਡੇ ਨਾਲ ਗੱਲੇ ਨਹੀਂ ਕਰਦੇ। ਇਲੈਕਸ਼ਨ ਦਾ ਟਾਈਮ ਸੀਗਾ, ਸਾਡੇ ਨਾਲ ਉਹ ਡੋਰ ਟੂ ਡੋਰ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਪਰ ਜਦੋਂ ਸਾਨੂੰ ਮਾਜੀਨਾ ਦੀ ਲੋੜ ਹੈ ਤੇ ਸਾਨੂੰ ਉਹ ਅੱਖਾਂ ਦਿਖਾ ਰਹੇ ਨੇ, ਤੇ ਅਸੀਂ ਇਹ ਜਿਹੜੀ ਮੀਟਿੰਗ ਹੈ ਉਹਨੂੰ ਬੇਸਿੱਟਾ ਹੀ ਕਹਿ ਸਕਦੇ ਹਾਂ ਜੀ। ਤੇ ਇਸ ਤੋਂ ਇਲਾਵਾ ਵੀ ਪਤਾ ਲੱਗਿਆ ਸੀ ਕਿ ਵਿਭਾਗ ਵੱਲੋਂ ਜਿਹੜਾ ਹੈਗਾ ਫਾਰਗ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇੱਕ ਪਾਸੇ ਤਾਂ ਕਹਿ ਰਹੇ ਕਿ ਮੁੱਖ ਮੰਤਰੀ ਮੀਟਿੰਗ ਕਰਨ ਦੇ ਲਈ ਸਰਕਾਰ ਝੁਕ ਗਈ ਹੈ। ਤੁਸੀਂ ਕੱਲ੍ਹ ਗੱਲ ਕੀਤੀ ਸੀ ਕਿ ਰਾਤ ਜਿਹੜੀ ਮੀਟਿੰਗ ਦਿੱਤੀ ਗਈ ਆ, ਕਹਿ ਰਹੇ ਸੀ ਕਿ ਇੱਕ ਪਾਸੇ ਸਰਕਾਰ ਝੁਕ ਗਈ ਹੈ, ਪਰ ਦੂਜੇ ਪਾਸੇ ਜਿਹੜੇ ਪੱਤਰ ਜਾਰੀ ਕੀਤੇ ਜਾ ਰਹੇ ਉਹ ਕੀ ਪੱਤਰ ਜਾਰੀ ਕੀਤੇ ਗਏ ਨੇ? ਦੇਖੋ, ਮੈਂ ਤੁਹਾਨੂੰ ਪੱਤਰ ਦਿਖਾ ਰਿਹਾ ਹਾਂ, ਇਹਨੂੰ ਜ਼ਰੂਰ ਦਿਖਾਓ। ਅਸੀਂ ਜਿਹੜਾ ਇੱਕ ਸੰਵਿਧਾਨਿਕ ਹੱਕ ਲੈ ਕੇ ਅਸੀਂ ਨੋਟਿਸ ਦੇ ਕੇ ਬਕਾਇਦਾ ਅਸੀਂ ਇੱਥੇ ਭਰਤੀ ਹੋਏ ਹਾਂ। ਅਸੀਂ ਨੋਟਿਸ ਦੇ ਕੇ ਹੜਤਾਲ ਕੀਤੀ ਹੈ ਔਰ ਪੂਰੇ ਹੀ ਜਿਹੜੇ ਰੂਲਸ ਰੈਗੂਲੇਸ਼ਨਸ ਬਣਦੇ ਨੇ ਭਰਤੀ ਦੇ ਉਹਦੇ ਅੰਡਰ ਭਰਤੀ ਹੋਏ ਆ। ਭਾਵੇਂ ਆਊਟਸੋਰਸ 'ਤੇ ਸੀਗੇ ਬੰਦੇ ਸਾਡੇ, ਭਾਵੇਂ ਉਹ ਕੰਟਰੈਕਟ 'ਤੇ ਸੀਗੇ, ਪਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਨੀਤ ਠੀਕ ਨਹੀਂ ਹੈਗੀ। ਆਹ ਲੈਟਰ ਜਾਰੀ ਕਰਤੇ ਆ, ਸਾਡੇ ਘਰਾਂ ਭੇਜਤੇ। ਕੱਲ੍ਹ ਅਸੀਂ ਰਿਸੀਵ ਕਰਨ ਤੋਂ ਮਨਾ ਕਰਤਾ ਸੀਗਾ, ਬਾਈ ਪੋਸਟ ਸਾਡੇ ਘਰ ਭੇਜਤੇ ਆ। ਤਾਨਾਸ਼ਾਹੀ ਫਰਮਾਨ ਨੇ। ਨਹੀਂ, ਇਹ ਮੀਟਿੰਗ ਤੋਂ ਪਹਿਲਾਂ ਭੇਜ ਗਿਆ, ਮੀਟਿੰਗ ਤੋਂ ਬਾਅਦ ਜਿਹੜੀ ਮੀਟਿੰਗ ਰੱਖੀ ਗਈ ਸੀ ਉਸ ਤੋਂ ਬਾਅਦ ਭੇਜੇ ਗਏ? ਇਹ ਮੀਟਿੰਗ ਤੋਂ ਪਹਿਲਾਂ ਹੀ ਪਹੁੰਚ ਗਿਆ ਜੀ। ਇਹ ਬਹੁਤ ਵੱਡੀ ਨਾਕਾਮੀ ਸਾਡੇ ਡਾਇਰੈਕਟਰ ਸਾਹਿਬ ਦੀ। ਫਿਰ ਕੀ ਨੀਅਤ ਸਮਝੀ ਜਾਵੇ ਸਰਕਾਰ ਦੀ? ਇੱਕ ਪਾਸੇ ਮੁੱਖ ਮੰਤਰੀ ਮੀਟਿੰਗ ਦੀ ਬੁਲਾਉਂਦੇ ਆ ਮਸਲੇ ਦੇ ਹੱਲ ਲਈ, ਤੇ ਦੂਜੇ ਪਾਸੇ ਨੋਟਿਸ ਭੇਜੇ ਜਾ ਰਹੇ ਆ। ਪਹਿਲਾਂ ਕੀ ਸਮਝਿਆ ਜਾਵੇ ਇਸ ਤੋਂ? ਦੇਖੋ, ਇਹ ਤਾਂ ਨੋਟਿਸ ਭੇਜਿਆ ਏ, ਪਰ ਕੱਲ੍ਹ ਇਹਨਾਂ ਨੇ ਪੱਤਰ ਵੀ ਜਾਰੀ ਕਰਤੇ ਆ ਠੇਕੇਦਾਰ ਨੂੰ, ਜੋ ਦਤਾਰ ਸਿਕਿਉਰਿਟੀ ਸਰਵਿਸ ਦੇ ਕੋਲ ਆਊਟਸੋਰਸ ਦੇ ਅਧੀਨ ਸਾਡਾ ਵਰਕਰ ਕੰਮ ਕਰਦੇ ਆ। ਉਹਨਾਂ ਨੇ ਇਹ ਵੀ ਜਾਰੀ ਕਰਤਾ ਹੈ ਕਿ ਸਾਨੂੰ ਜਿਹੜੇ ਬੰਦੇ ਪ੍ਰੋਵਾਈਡ ਕਰਾਓ, ਅਸੀਂ ਇਹ ਬੰਦੇ ਕੱਢ ਦੇਣੇ ਆ। ਕਿ ਜਿੰਨੇ ਵੀ ਜਿਹੜੀ ਪੰਜਾਬ ਰੋਡ ਪਨਬਸ ਦੀ ਬੱਸ ਖੜੀ ਹੈ ਉਹ ਨਵੀਂ ਭਰਤੀ ਕਰਕੇ ਚਲਾਈ ਜਾਵੇ ਤੇ ਇਹਨਾਂ ਨੂੰ ਕੱਢ ਦਿੱਤਾ ਜਾਵੇ। ਇਹ ਨਾਦਰਸ਼ਾਹੀ ਫਰਮਾਨ ਨੇ ਉਹਨਾਂ ਦੀ। ਨਹੀਂ, ਫਿਰ ਮੀਟਿੰਗ ਜਿਹੜੀ ਸੱਦੀ ਗਈ ਉਸ ਤੋਂ ਕੀ ਸਮਝਿਆ ਜਾਵੇ? ਮੀਟਿੰਗ ਕਿਉਂ ਬੁਲਾਈ ਸੀ? ਜੇ ਕੱਢਣਾ ਹੀ ਆ, ਜੇ ਨਵੇਂ ਭਰਤੀ ਕਰਨੀ ਹੈ, ਫਿਰ ਮੀਟਿੰਗ ਕਿਉਂ ਬੁਲਾਈ ਗਈ ਆ? ਜਿਹੜੇ ਜਥੇਬੰਦੀ ਜਿਹੜੀ ਵਿਰੋਧ ਕਰ ਰਹੀ ਹੈ। ਦੇਖੋ, ਅਸੀਂ ਤਾਂ ਇਹ ਸਮਝਦੇ ਹਾਂ ਕਿ ਜਿਹੜਾ ਸੀਐਮ ਸਾਹਿਬ ਨੇ ਉਹਨਾਂ ਨੇ ਉੱਥੋਂ ਨਿਕਲਣਾ ਸੀਗਾ। ਫਾਰਮ ਹਾਊਸ ਵੀ ਸੀਗੇ, ਸਾਨੂੰ ਮੀਟਿੰਗ ਮਿਲੀ ਤੇ ਪ੍ਰਸ਼ਾਸਨ ਨੇ ਉੱਥੋਂ ਕੱਢਤਾ, ਤੇ ਹੁਣ ਉਹ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ। ਪਰ ਅਸੀਂ ਦੱਸ ਦਈਏ ਕਿ ਤੁਸੀਂ ਨਿਕਲ ਤਾਂ ਗਏ, ਵੜੋਗੇ ਉਦੋਂ ਜਦੋਂ ਸਾਨੂੰ ਪੱਕਿਆਂ ਕਰ ਦੂੰਗੇ। ਇੱਕੋ ਹੀ ਦੋ ਟੁੱਕ ਜਵਾਬ ਹੈ ਸਰਕਾਰ ਨੂੰ ਕਿ ਜਿੰਨਾ ਵੀ ਸਾਡਾ ਠੇਕਾ ਮੁਲਾਜ਼ਮ ਹੈਗਾ ਰੋਡ ਵਿੱਚ ਕੰਮ ਕਰਦਾ, ਉਹਨੂੰ ਉਹਦੇ ਵਿਭਾਗ 'ਚ ਰੈਗੂਲਰ ਕਰੋ। ਅਸੀਂ ਫਿਰ ਹੜਤਾਲ ਖੋਲ੍ਹਾਂਗੇ ਔਰ ਕੱਲੀ ਮੀਟਿੰਗ ਨਾਲੇ ਨਹੀਂ, ਜਦ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਹੜਤਾਲ 'ਤੇ ਰਵਾਂਗੇ। ਰਣਨੀਤੀ ਕੀ ਹੈ ਹੁਣ ਸਾਡੀ ਅਗਲੀ ਇਸ ਮਾਮਲੇ ਨੂੰ ਲੈ ਕੇ? ਕਿਉਂਕਿ ਸਰਕਾਰ ਨੇ ਸਪਸ਼ਟ ਕਰਤਾ ਕਿ ਨਹੀਂ ਤੁਹਾਨੂੰ ਪੱਕੇ ਕਰਨਾ, ਤੇ ਫਿਰ ਕੀ ਰਣਨੀਤੀ ਆ? ਅਜੇ ਤੱਕ ਦੇਖੋ, ਸਾਡੇ ਜਿਹੜੇ ਪ੍ਰਧਾਨ ਹੈ ਨੇ ਰੇਸ਼ਮ ਸਿੰਘ ਗਿੱਲ, ਉਹਨਾਂ ਦਾ ਸਾਨੂੰ ਕੋਈ ਮੈਸੇਜ ਨਹੀਂ ਆਇਆ, ਪਰ ਰਣਨੀਤੀ ਸਾਨੂੰ ਪਤਾ ਲੱਗ ਗਈ ਹੈ। ਫੋਨ ਆਇਆ ਸੀਗਾ ਉਹਨਾਂ ਦਾ, ਤੇ ਉਹਨਾਂ ਨੇ ਹਾਲੇ ਜਨਤਕ ਤੌਰ 'ਤੇ ਕੋਈ ਗੱਲ ਨਹੀਂ ਕੀਤੀ, ਪਰ ਇੱਕ ਮੈਸੇਜ ਆਇਆ ਹੈ ਕਿ ਕੱਲ੍ਹ ਨੂੰ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਨੇ ਉਹ 2-3 ਘੰਟੇ ਵਾਸਤੇ ਬੰਦ ਕਰਨੇ ਆ, ਤੇ ਪਰਸੋਂ ਨੂੰ ਸਿਸਮਾਂ ਦੇ ਵਿੱਚ ਪੱਕੇ ਮੋਰਚੇ ਲੱਗ ਜਾਣੇ ਆ। ਤੇ ਸਾਡੀ ਗੱਲਬਾਤ ਹੋ ਗਈ ਹੈ ਸਾਰੀ ਜਥੇਬੰਦੀਆਂ ਨਾਲ, ਭਰਾਤਰੀ ਜਥੇਬੰਦੀ ਨਾਲ ਵੀ ਔਰ ਕਿਸਾਨ ਯੂਨੀਅਨ ਨਾਲ ਵੀ, ਤੇ ਉਹ ਕਹਿੰਦੇ ਲਗਭਗ ਉੱਥੇ ਜਿਹੜੀ ਸੀਟਿੰਗ ਹੈ ਹਰ ਟਾਈਮ 10,000 ਦੀ ਸੀਟਿੰਗ ਰਹੂਗੀ, ਤੇ ਕੱਲ੍ਹ ਨੂੰ 20,000 ਬੰਦਾ ਪਰਸੋਂ ਨੂੰ ਉੱਥੇ ਪਹੁੰਚ ਰਿਹਾ। ਟਰਾਂਸਪੋਰਟ ਦੇ ਨਾਲ ਸੰਬੰਧਿਤ ਸਵਾਲ ਹੈ ਕਿ ਇੱਕ ਪਾਸੇ ਮੁਲਾਜ਼ਮ ਧਰਨੇ ਲਾ ਰਹੇ ਆ, ਬੱਸਾਂ ਖੜੀਆਂ, ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ, ਤੇ ਪਿੱਛੇ ਜੇ ਖਬਰਾਂ ਆ ਰਹੀਆਂ ਸੀ ਸਰਕਾਰ ਕਹਿੰਦੀ 700 ਬੱਸਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੀਆਂ 700 ਪਰਮਿਟ ਜਿਹੜੇ ਨਜਾਇਜ਼ ਬੱਸਾਂ ਚੱਲੀਆਂ ਉਹਨਾਂ ਦੇ ਪਰਮਿਟ ਰੱਦ ਕੀਤੇ ਜਾਣਗੇ, ਡਬਲ ਚੱਲਦੀਆਂ। ਪਰੰਤੂ ਹਾਲੇ ਤੱਕ ਉਸ ਮਸਲੇ ਦੇ ਵਿੱਚ ਸਰਕਾਰ ਨੇ ਕੋਈ ਸਟੈਪ ਨਹੀਂ ਲਿੱਤਾ। ਕਿਵੇਂ ਦੇਖਦੇ ਹੋ ਵੀ ਸਰਕਾਰ ਜਿਹੜੀ ਹੈਗੀ ਆ ਸ਼ਾਇਦ ਏਰੀਆ ਕੀ ਕਰ ਰਹੀ ਹੈ? ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਇਹ ਗੱਲਾਂ ਬਾਤਾਂ ਨੇ ਇਹ ਪਹਿਲਾਂ ਵੀ ਇੱਦਾਂ ਹੋਈਆਂ ਨੇ। ਪਹਿਲਾਂ ਵੀ ਇੱਕ ਸ਼ੋਸ਼ਾ ਜਿਹੜਾ ਛੱਡਿਆ ਸੀਗਾ, ਪਰ ਉੱਥੇ ਕਾਰਵਾਈ ਨਹੀਂ ਕੋਈ, ਕਿਉਂਕਿ ਅਕਾਲੀ ਕਾਂਗਰਸ ਇਹ ਸਾਰੇ ਹੀ ਚਾਚੇ ਤਾਏ ਵਾਲੀ ਗੇਮ ਖੇਲ ਰਹੇ ਨੇ। ਇਸ ਟਾਈਮ ਫਾਰਮ ਹਾਊਸ ਦੇ ਵਿੱਚ ਰਹਿ ਕੇ ਸਾਡੇ ਸੀਐਮ ਸਾਹਿਬ ਜਿਹੜੇ ਪੁਰਾਣੇ ਅਕਾਲੀ ਉਹਦੇ ਲੀਡਰ ਸੀਗੇ ਉਹਨਾਂ ਨੂੰ ਬਚਾ ਰਹੇ ਨੇ। ਪ੍ਰਸ਼ਾਸਨ ਹੁਣ ਜਿਹੜੀਆਂ ਬੱਸਾਂ ਚੱਲਦੀਆਂ ਨੇ ਇਹ ਸਾਰੀਆਂ ਕਾਂਗਰਸੀ ਜਾਂ ਅਕਾਲੀ ਐਮਐਲਏ ਚੱਲਦੀਆਂ ਨੇ। ਇਹ ਸਿਰਫ ਇੱਕ ਜਨਤਾ ਨੂੰ ਭਰਮ ਭੁਲੇਖੇ ਪਾਉਣ ਦੇ ਵਿੱਚ ਹੈ। ਸਾਡੀ ਜਥੇਬੰਦੀ ਜਿਹੜੇ ਵਿਰੋਧ ਕਰ ਰਹੀਆਂ ਨੇ ਪ੍ਰਾਈਵੇਟ ਕੰਪਨੀਆਂ ਦਾ, ਉਹਨਾਂ ਨੂੰ ਇੱਕ ਸਿਰਫ ਦਿਲਾਸਾ ਦੇਣ ਦੇ ਲਈ ਹੈ ਕਿ ਅਸੀਂ ਇੰਨੇ ਪਰਮਿਟ ਰੱਦ ਕਰਤੇ ਆ।
ਠੀਕ ਹੈ ਜੀ, ਉਸ ਤੋਂ ਵੱਧ ਹੋਰ ਇਹ ਕੁਝ ਵੀ ਨਹੀਂ ਹੈਗਾ। ਅੱਛਾ, ਰੋਜ਼ਾਨਾ ਦੇਖਿਆ ਜਾਵੇ ਕਿੰਨੀਆਂ ਕੁ ਬੱਸਾਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਪਨ ਬੱਸ, ਕਿੰਨੇ ਡਿਪੂਆਂ ਦੀਆਂ ਬੱਸਾਂ ਖੜੀਆਂ, ਕਿੰਨੇ ਮੁਲਾਜ਼ਮ ਧਰਨੇ ਤੇ ਕਿੰਨਾ ਕੁ ਨੁਕਸਾਨ ਹੋ ਰਿਹਾ ਰੋਜ਼ਾਨਾ ਸਰਕਾਰ ਨੂੰ? 2100 ਬੱਸ ਪੰਜਾਬ ਰੋਡਵੇਜ਼ ਪਨ ਬੱਸ ਔਰ PRTC ਇਹ ਸਾਰੀਆਂ ਖੜੀਆਂ ਨੇ। ਲਗਭਗ ਜੇ ਅੱਜ ਦੇਖਿਆ ਜਾਵੇ ਤਾਂ 5 ਕਰੋੜ ਦਾ ਨੁਕਸਾਨ ਡੇਲੀ ਦਾ ਹੈਗਾ ਹੈ, ਤੇ ਉਹ ਸਰਕਾਰ ਜਿਹੜੀ ਹੈ ਉਹ ਨੁਕਸਾਨ ਝੱਲਣ ਨੂੰ ਤਿਆਰ ਹੈ, ਪਰ ਮੁਲਾਜ਼ਮਾਂ ਨੂੰ ਵਾਰ-ਵਾਰ ਲਾਰੇ ਲਾ ਰਹੀਆਂ ਨੇ। ਮੁਲਾਜ਼ਮ ਕਿੰਨੇ ਕਾ? ਮੁਲਾਜ਼ਮ ਹੀ 7000 ਦੇ ਕਰੀਬ ਮੁਲਾਜ਼ਮ ਹੈ ਇਸ ਕੀ ਟਾਈਮ। ਲੱਗਦਾ ਜੇ 7000 ਮੁਲਾਜ਼ਮਾਂ ਨੂੰ ਪੱਕੇ ਕਰ ਦਿੰਦੇ ਕਿੰਨਾ ਕੁ ਸਰਕਾਰ ਦਾ ਖਰਚਾ ਵਧੂਗਾ? ਕਿਉਂਕਿ ਅੱਜ 3 ਦਿਨ ਹੋ ਗਏ, ਤੁਸੀਂ 5 ਕਰੋੜ ਦੱਸਿਆ ਰੋਜ਼ਾਨਾ, 15 ਕਰੋੜ ਰੁਪਈਆ ਨੁਕਸਾਨ ਹੋਇਆ। ਜੇ 7000 ਮੁਲਾਜ਼ਮਾਂ ਨੂੰ ਪੱਕੇ ਕਰਦੇ ਤਾਂ ਕਿੰਨਾ ਕੁ ਸਰਕਾਰ ਦਾ ਬਜਟ ਵੱਧ ਜਾਂਦਾ ਅੱਗੇ? ਦੇਖੋ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਇੱਕ ਵਾਰ ਕਿਹਾ ਸੀਗਾ, ਇਹ ਕਹਿ ਰਹੇ ਸੀਗੇ ਵੀ ਤੁਹਾਡੀ ਜਿਹੜੀ ਰੋਡਵੇਜ਼ ਹੈ ਘਾਟੇ 'ਚ ਹੈ। ਅਸੀਂ ਕਿਹਾ ਟੇਬਲ ਟਾਕ ਕਰੋ ਵੀ ਸਾਨੂੰ ਇੱਕ ਵਾਰ ਦੱਸੋ ਕਿੱਥੇ ਘਾਟੇ ਵਿੱਚ ਹੈ, ਪਰ ਉੱਥੇ ਟਰਾਂਸਪੋਰਟ ਮੰਤਰੀ, ਸੈਕਟਰੀ ਟਰਾਂਸਪੋਰਟ, ਡਾਇਰੈਕਟਰ ਇਹਨਾਂ ਦੀ ਹਿਆਉ ਨਹੀਂ ਪਿਆ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਲਈ ਵੀ ਇੱਥੇ ਘਾਟੇ ਦੇ ਵਿੱਚ ਹੈ। ਤੇ ਮੈਂ ਦਫ਼ਤਰ ਦੇ ਵਿੱਚ ਹੈ, ਮੈਂ ਡੇਲੀ ਅਸੀਂ ਇੱਕ ਡੇਲੀ ਬਣਦੀ ਹੈ ਕਿੰਨੇ ਕਿਲੋਮੀਟਰ ਹੋਏ ਆ, ਸਾਨੂੰ ਕਿੰਨਾ ਬੈਨੀਫਿਟ ਹੋਇਆ ਹੈ, ਉਸ ਦੇ ਆਧਾਰ ਤੇ ਗੱਲ ਕਰੀਏ ਵੀ ਪੰਜਾਬ ਰੋਡਵੇਜ਼ ਨੂੰ ਜੇ ਇੱਕ ਅਦਾਰਾ ਇਹੋ ਜਿਹਾ ਬਣਾ ਲਿਆ ਜਾਵੇ ਕਿ ਇਹ 10 ਸਰਕਾਰੀ ਅਦਾਰੇ ਨੂੰ ਤਨਖਾਹ ਦੇ ਸਕਦਾ ਹੈ, ਇੱਕ ਐਸਾ ਅਦਾਰਾ ਹੈ। ਫਿਰ ਸਰਕਾਰ ਕਿਉਂ ਨਹੀਂ ਇਹਦੇ ਵੱਲ ਧਿਆਨ ਦੇ ਰਹੀ ਹੈ? ਮੁਲਾਜ਼ਮ ਬੈਠੇ ਨੇ ਸੜਕਾਂ। ਆਮ ਤੌਰ ਤੇ ਜਦੋਂ ਸਰਕਾਰਾਂ ਜਿਹੜੀਆਂ ਹੈਗੀਆਂ ਆਖਰੀ ਮਤਲਬ 4-6 ਮਹੀਨੇ ਹੁੰਦੇ ਸਰਕਾਰ ਦੇ, ਹੁਣ ਕਾਂਗਰਸ ਸਰਕਾਰ ਦੇ 4-6 ਮਹੀਨੇ ਸੱਤਾ ਦੇ ਵਿੱਚ, ਆਮ ਤੌਰ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੀਆਂ, ਮੰਗਾਂ ਮੰਨ ਲਈਆਂ ਜਾਂਦੀਆਂ। ਅਗਰ ਪੱਕੇ ਵੀ ਕਰਦੇ ਤਾਂ ਸਰਕਾਰ ਨੇ ਇੱਕ ਅਜਿਹਾ ਕਟੀਰੀਆ ਬਣਾਇਆ ਹੋਇਆ ਵੀ 10000 ਰੁਪਏ 3 ਸਾਲ ਦੇਣਾ। ਹੁਣ ਤਨਖਾਹ ਕਿੰਨੀ ਮਿਲਦੀ ਤੁਹਾਨੂੰ? ਸਾਨੂੰ ਜਿਹੜੀ ਤਨਖਾਹ ਹੈ ਜੀ ਨਿਗੂਣੀ ਮਿਲਦੀ ਹੈ। ਕਿੰਨੀ ਮਿਲਦੀ ਹੈ? 10000 ਰੁਪਏ ਸਾਨੂੰ ਤਨਖਾਹ ਜਿਹੜੀ 10000 ਰੁਪਏ ਹੁਣ ਮਿਲਦਾ, ਅਗਰ ਪੱਕੇ ਕਰਦੇ ਫਿਰ ਵੀ 3 ਸਾਲ 10000 ਰੁਪਏ ਮਿਲਣਾ। ਫਿਰ ਸਰਕਾਰ ਤੇ ਵਾਧੂ ਭਾਰ ਕੀ ਪਿਆ? ਦੇਖੋ ਜੀ ਮੈਂ ਤੁਹਾਨੂੰ ਦੱਸਦਾ, ਜਿਹੜਾ ਤਾਂ ਹੈਗਾ ਇਹ ਠੇਕੇਦਾਰੀ ਸਿਸਟਮ 8 ਕਰੋੜ ਰੁਪਈਆ GST ਦੇ ਰੂਪ ਵਿੱਚ ਹਰ ਮਹੀਨੇ ਸਰਕਾਰ ਠੇਕੇਦਾਰ ਨੂੰ ਦੇ ਰਹੀ ਹੈ। ਜੇ ਹੋਈ 8 ਕਰੋੜ ਰੁਪਈਆ ਅਸੀਂ ਮਹਿਕਮੇ 'ਚ ਖਰਚ ਲਈਏ, ਸਾਡੇ ਵਰਕਰਾਂ ਤਨਖਾਹ ਉਹਨਾਂ ਨਿਕਲ ਸਕਦੀਆਂ ਨੇ, ਪਰ ਸਰਕਾਰ ਹੁਣ ਇਹ ਨਹੀਂ ਪਤਾ ਕਿ ਠੇਕੇਦਾਰ ਇਹਨਾਂ ਦਾ ਬੰਦਾ ਹੈ, ਸਾਨੂੰ ਇਹ ਨਹੀਂ ਪਤਾ ਕਿ ਉੱਚ ਅਧਿਕਾਰੀਆਂ ਦਾ ਬੰਦਾ ਹੈ, ਜਾਂ ਇਨਡਾਇਰੈਕਟ ਸਾਡੇ ਉੱਚ ਅਧਿਕਾਰੀ ਹੀ ਇਸ 'ਤੇ ਕਬਜ਼ਾ ਕਰੀ ਬੈਠੇ ਆ, ਸਾਨੂੰ ਨਹੀਂ ਪਤਾ। ਪਰ ਸਰਕਾਰ ਦੀ ਨੀਅਤ ਮਾੜੀ ਹੈ। ਉਸ 8 ਕਰੋੜ ਨਾਲ ਸਾਡੇ ਵਰਕਰਾਂ ਦੀਆਂ ਜਿਹੜੀਆਂ ਸੈਲਰੀਜ਼ ਨੇ ਉਹ ਨਿਕਲ ਸਕਦੀਆਂ ਨੇ। ਨਹੀਂ, ਮੈਂ ਉਹੀ ਕਹਿ ਰਿਹਾ ਵੀ ਹੁਣ ਜਿਹੜੇ 4-6 ਮਹੀਨੇ ਹੋ ਗਏ, ਸਰਕਾਰ ਅਗਰ ਪੱਕੇ ਵੀ ਕਰ ਦਿੰਦੀ, ਤੁਹਾਨੂੰ ਮੰਨ ਲਓ ਇਲੈਕਸ਼ਨ ਦਾ ਟਾਈਮ ਆ ਨਾ, ਤੁਹਾਡੀ ਵੋਟ ਬੈਂਕ ਕਾਫੀ ਆ, ਤੁਹਾਡੇ ਮੁਲਾਜ਼ਮਾਂ ਦੇ ਰਿਸ਼ਤੇਦਾਰ ਵੀ, ਬੱਚੇ ਵੀ, ਭਰਾ ਵੀ ਆ, ਅਗਰ ਤੁਹਾਨੂੰ ਪੱਕੇ ਕਰਦੇ ਸਰਕਾਰ ਤੇ ਤਾਂ ਵਾਧੂ ਕੋਈ ਬੋਝ ਨਹੀਂ ਪੈਣ ਵਾਲਾ। 3 ਸਾਲ ਤਾਂ 10,000 ਰੁਪਏ ਸੈਲਰੀ ਦੇਣੀ ਆ, 3 ਸਾਲ ਬਾਅਦ ਹੀ ਵਧੂਗੀ। ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ। ਅਸੀਂ ਤਾਂ ਖੁਦ ਕਹਿ ਰਹੇ ਹਾਂ ਵੀ ਸਾਨੂੰ ਹੁਣ ਵੀ ਸਾਨੂੰ ਰੈਗੂਲਰ ਕਰ ਦਿਓ, 10,300 ਸਾਨੂੰ ਸੈਲਰੀ ਦਿਓ, ਜੋ ਮਿਨੀਮਮ ਤੁਹਾਡਾ ਵੇਜਸ ਹੈਗੇ ਨੇ ਸਾਨੂੰ ਉਹ ਲਾਗੂ ਕਰ ਦਿਓ। ਤੇ ਫਿਰ ਕਿਉਂ ਨਹੀਂ ਸਰਕਾਰ ਕਰ ਰਹੀ? ਆਮ ਤੌਰ ਤੇ ਜਿਹੜੀ ਸਿਆਸੀ ਪਾਰਟੀਆਂ ਸੱਤਾ ਤੇ ਹੁੰਦੀਆਂ ਉਹਨਾਂ ਨੂੰ ਲਾਹਾ ਹੁੰਦਾ ਵੋਟਾਂ ਦਾ। 22 ਦੇ ਵਿੱਚ ਚੋਣਾਂ ਆ ਰਹੀਆਂ, ਚੋਣ ਕੀ ਚਾਹੁੰਦੀ ਨਹੀਂ, ਕਾਂਗਰਸ ਦੇ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਕਾਂਗਰਸ ਦੇ ਉਮੀਦਵਾਰ ਚੋਣਾਂ ਜਿੱਤਣ, ਉਹਨਾਂ ਦਾ ਵਿਰੋਧ ਨਾ ਹੋਵੇ ਪਿੰਡਾਂ ਦੇ ਵਿੱਚ। ਕਿਉਂ ਨਹੀਂ ਚਾਹੁੰਦੇ? ਵਾਰ-ਵਾਰ ਮੁਲਾਜ਼ਮ ਜਿਹੜੇ ਹੈਗੇ ਚੇਤਾਵਨੀਆਂ ਦੇ ਰਹੇ ਆ ਸਰਕਾਰ ਨੂੰ ਕਿ ਅਗਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ 22 ਦੀਆਂ ਚੋਣਾਂ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਹੋਵੇਗਾ ਕਾਲੀ ਝੰਡੀਆਂ ਨਾਲ। ਫਿਰ ਮੁੱਖ ਮੰਤਰੀ ਕਿਉਂ ਜਿਹੜਾ ਹੈਗਾ ਇਸ ਰਾਹ ਤੇ ਤੁਰੇ ਹੋਏ ਨੇ ਕਿ ਵਿਰੋਧ ਹੋਵੇ ਕਾਂਗਰਸੀਆਂ ਦਾ? ਦੇਖੋ, ਜਿੰਨੀਆਂ ਬੱਸਾਂ MLA MP ਦੇ ਇਸ ਟਾਈਮ ਚੱਲ ਰਹੀਆਂ ਨੇ, ਮੈਂ ਬਾਰ-ਬਾਰ ਇੱਕੋ ਹੀ ਗੱਲ ਕਰਦਾ, ਇਹ ਚਾਹੁੰਦੇ ਨਹੀਂ ਰੋਡਵੇਜ਼ ਨੂੰ ਵਧੇ ਫੁੱਲੇ, ਕਿਉਂਕਿ ਇਹਨਾਂ ਦੇ ਆਪਣੇ ਟਾਈਮ ਨੇ। ਹੁਣ ਇੱਕ ਤੁਸੀਂ ਲਾ ਲਓ ਵੀ 5 ਮਿੰਟ ਮਿਲਦੇ ਨੇ ਰੋਡਵੇਜ਼ ਨੂੰ ਕਾਊਂਟਰ ਤੇ ਉਹਦੇ ਨਾਲ ਹੀ ਖੜੀ ਹੈ ਪ੍ਰਾਈਵੇਟ, ਉਹ ਤਾਂ ਅੱਧਾ ਘੰਟਾ। ਗੱਲ ਕੁਛ ਨਹੀਂ ਹੈ ਜੀ, ਜਿਹੜੀ ਰੋਡਵੇਜ਼ ਹੈ 2400 ਬੱਸਾਂ ਦਾ ਫਲੀਟ ਹੁੰਦਾ ਸੀ ਕਿਸੇ ਟਾਈਮ ਦੇ ਵਿੱਚ, ਅੱਜ 200 ਬੱਸ ਹੈ। ਇਹ ਕਹਿੰਦੇ ਹੈ ਜਿਹੜੀ ਰੋਡਵੇਜ਼ ਹੈ ਉਹ ਘਟ ਗਈ ਤੇ ਜਿਹੜੀਆਂ ਪ੍ਰਾਈਵੇਟੇਸ਼ਨ ਹੈਗੀ ਆ ਉਹ ਵੱਧ ਗਈ ਆ। ਤੁਸੀਂ ਦੇਖੋ ਆ ਬੱਸਾਂ ਜਾ ਰਹੀਆਂ ਨੇ, ਤੁਸੀਂ ਹੁਣ ਵੀ ਲਾਈਵ ਦੇਖ ਸਕਦੇ ਹੋ, ਇਹ ਸਪੈਸ਼ਲ ਗੱਡੀਆਂ ਜਾ ਰਹੀਆਂ ਨੇ ਸਿਰਫ ਹੜਤਾਲ ਨੂੰ ਫੇਲ ਕਰਨ ਵਾਸਤੇ। ਨਹੀਂ, ਤੁਸੀਂ ਕਿਹਾ ਸੀ ਸਪੈਸ਼ਲ ਜਾ ਰਹੀਆਂ, ਪਰੰਤੂ ਜਦੋਂ ਪਹਿਲੇ ਦਿਨ ਹੜਤਾਲ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਵਿਰੋਧ ਕਰਾਂਗੇ ਜੇ ਸਪੈਸ਼ਲ ਗੱਡੀਆਂ ਲਾਈਆਂ, ਅਸੀਂ ਰੋਕਾਂਗੇ, ਪਰੰਤੂ ਫਿਰ ਤੁਹਾਡੀ ਕਾਰਵਾਈ ਤਾਂ ਕੋਈ ਨਹੀਂ ਹੈ। ਅਸੀਂ ਦੇਖੋ, ਅਸੀਂ ਰਹਿਣਾ ਕਾਨੂੰਨ ਦੇ ਵਿੱਚ, ਅਸੀਂ ਲਿਖ ਕੇ ਦਿੱਤਾ GM ਸਾਹਿਬ ਨੂੰ। ਹੁਣ ਦੇਖੋ ਕਾਰਵਾਈ GM ਸਾਹਿਬ ਨੇ ਕਰਨੀ ਹੈ। ਕੀ ਅਸੀਂ ਕਾਨੂੰਨ ਹੱਥ 'ਚ ਲੈ ਲਈਏ? ਸਰਕਾਰਾਂ ਤਾਂ ਸਾਨੂੰ ਪਹਿਲੇ ਨਹੀਂ ਚਾਹੁੰਦੀਆਂ। ਮੰਨ ਲਓ ਅਸੀਂ ਹੁੱਲੜਬਾਜੀ ਕਰਦੇ ਹਾਂ ਤਾਂ ਸਾਨੂੰ ਅੱਤਵਾਦੀ ਗਰਦਾਨਣਗੇ ਵੀ ਇਹ ਅੱਤਵਾਦੀ ਨੇ, ਇਹ ਕਰਮਚਾਰੀ ਤਾਂ ਹੈ ਹੀ ਨਹੀਂ। ਅਸੀਂ ਕਿਸੇ ਨਾਲ ਹੱਥੋਂ ਪਾਈ ਨਹੀਂ ਕਰਨਾ ਚਾਹੁੰਦੇ। ਅਸੀਂ ਸਾਡਾ ਸੰਘਰਸ਼ ਹੈ ਜਿਹੜਾ ਪੂਰਨ ਸ਼ਾਂਤਮਈ ਹੈ ਜੀ। ਕੀ ਨਾਮ ਹੈ ਜੀ? ਰਵਿੰਦਰ ਸਿੰਘ। ਰਵਿੰਦਰ ਸਿੰਘ ਜੀ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਜਿਹੜਾ ਫਾਰਗ ਕਰਨ ਦੇ ਆਰਡਰ ਕੱਢ ਦਿੱਤੇ ਵੀ ਫਾਰਗ ਕਰ ਦਿਓ, ਇਹਨਾਂ ਨੂੰ ਕਹਿਣਾ ਨਹੀਂ ਮੰਨਦੇ,
ਬਾਕੀ ਜਿਹੜੇ ਬੰਦੇ ਰੱਖੇ ਜਾਣੇ ਆ ਉਹ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਆ ਜਾਂ ਤੁਹਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੇ ਆ ਜਾਂ ਤੁਸੀਂ ਜਿਹੜਾ ਹੈਗਾ ਰੋਡਵੇਜ਼ ਨੂੰ ਘਾਟੇ ਦੇ ਵਿੱਚ ਲੈ ਕੇ ਜਾ ਰਹੇ ਹੋ? ਨਹੀਂ, ਘਾਟੇ 'ਚ ਤਾਂ ਅਸੀਂ ਕੋਈ ਨਹੀਂ ਲੈ ਕੇ ਜਾ ਰਹੇ। ਇਹਨਾਂ ਨੂੰ ਇਹ ਹੈ ਅਫਸਰਾਂ ਨੂੰ ਵੀ ਸ਼ਾਇਦ ਜਿਹੜੇ ਨਵੇਂ ਬੰਦੇ ਆਉਣਗੇ ਵੀ ਇਹ ਪੁਰਾਣੇ ਬੰਦੇ ਪੱਕੇ ਹੋਣੇ ਰੌਲਾ ਪਾਉਂਦੇ ਆ, ਉਹ ਰੌਲਾ ਨਹੀਂ ਪਾਉਣਗੇ। ਜਿੰਨੇ ਪਰ ਅਸੀਂ ਕਹੂੰਗੇ ਘੱਟ ਉਹਦੇ ਪਰ ਤਨਖਾਹਾਂ ਪਰ ਕੰਮ ਕਰੂੰਗੇ। ਅਤੇ ਜਿਹੜਾ ਇਹਨਾਂ ਦਾ ਆਪਸੀ 2 ਨੰਬਰ ਦਾ ਕੋਈ ਪੈਸਾ ਉੱਪਰੋਂ ਖਾਣੇ ਨੂੰ ਮਿਲਦਾ ਵੀ ਸਾਡਾ ਤੋਰੀ ਫੁਲਕਾ ਚੱਲਦਾ ਰਿਹਾ, ਵੀ ਇਹ ਬੰਦੇ ਸਾਡਾ ਤੋਰੀ ਫੁਲਕਾ ਚੱਲਣੇ ਤੋਂ ਬੰਦ ਕਰਾ ਰਹੇ ਪਰ ਹੈ। ਸਾਲ 6 ਮਹੀਨੇ ਬਾਅਦ ਤਾਂ ਫਿਰ ਉਹਨਾਂ ਨੇ ਵੀ ਕਹਿਣ ਲੈਣਾ ਵੀ ਸਾਨੂੰ ਪੱਕੇ ਕਰੋ, ਫਿਰ ਕਿੱਦਾਂ ਮਸਲੇ ਦਾ ਇਹ ਬਦਲੀ ਹੋ ਜਾਓਗੇ ਬੰਦਿਆਂ ਨੂੰ ਕਿ ਨਹੀਂ, ਇਹ ਤਾਂ ਫਿਰ ਹੁਣ ਸਰਕਾਰ ਨੇ ਸੋਚਣਾ ਜਦ ਨਵੇਂ ਬੰਦੇ ਆਉਣਗੇ ਵੀ ਕਿੱਥੋਂ। ਪਹਿਲੀ ਗੱਲ ਤਾਂ ਨਵੇਂ ਬੰਦਿਆਂ ਨਾਲ ਆਉਣਾ ਹੀ ਨਹੀਂ ਜੀ। ਉਹਨਾਂ ਨੂੰ ਕਿਆ ਪਤਾ ਨਹੀਂ ਵੀ ਜਿਹੜਾ ਬੰਦਾ ਹੁਣ 10,000 ਬੰਦਾ ਬੈਠਾ ਹੈ, ਇੰਨੀਆਂ ਗੱਡੀਆਂ ਖੜੀਆਂ ਹੈ, ਇਹ ਰੌਲਾ ਪਾ ਰਹੇ ਜਦ ਸਰਕਾਰ ਇਹਨਾਂ ਨੂੰ ਨਹੀਂ ਕੁਛ ਦੇ ਰਹੀ। ਤਾਂ ਇਹਦੇ ਵਿੱਚ ਜੇ ਤੁਹਾਨੂੰ ਵੀ ਰੱਖੂਗੇ, ਮੰਨ ਲਓ ਸਾਡੇ ਤੋਂ, ਤੁਸੀਂ ਕਿਆ ਆਣ ਕੇ ਕੰਮ ਕਰੋਗੇ ਜੀ? ਬੇਰੁਜ਼ਗਾਰੀ ਇੰਨੀ ਆ, ਲੋਕ ਕਹਿੰਦੇ ਤਿਆਰ ਆ, ਲਾਈਨਾਂ ਲੱਗੀਆਂ ਵੀ ਸਾਨੂੰ ਰੱਖ ਲਓ, ਐ ਨਹੀਂ ਕੰਮ ਨਹੀਂ ਹੈਗਾ। ਨਹੀਂ, ਹਾਲ ਦੀ ਘੜੀ ਦਾ ਕੋਈ ਆਇਆ ਨਹੀਂ ਹੈਗਾ। ਬਾਕੀ ਜਦੋਂ ਆਉਂਗੇ ਫਿਰ ਦੇਖੀ ਜਾਊਗੀ ਜੀ ਕਦੋਂ ਆਉਣੇ। ਮੰਨ ਲਓ ਜੇ ਤੁਹਾਨੂੰ ਫਾਰਗ ਕਰਦੀ ਹੈ ਸਰਕਾਰ ਜ਼ਬਰਦਸਤੀ, ਫਿਰ ਅਗਲਾ ਕੀ ਸੰਘਰਸ਼ ਰਹੂਗਾ? ਚੋਣਾਂ ਵੀ ਆ ਰਹੀਆਂ, ਇੱਕ ਪਾਸੇ ਕਾਂਗਰਸ ਕਹਿ ਰਹੀ ਅਸੀਂ ਵਾਅਦੇ ਪੂਰੇ ਕਰਤੇ, ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਜਦੋਂ ਆਏ ਸੀ, ਪਰੰਤੂ ਜੇ ਹੁਣ ਤੁਹਾਡਾ ਰੋਜ਼ਗਾਰ ਖੋਇਆ ਜਾਂਦਾ ਫਿਰ ਕਿਸ ਤਰ੍ਹਾਂ ਦਾ ਅੱਗੇ ਸੰਘਰਸ਼ ਰਹੂਗਾ? ਅੱਗੇ ਫਿਰ ਸੰਘਰਸ਼ ਹੁਣ ਜੋ ਸੈਂਟਰ ਪਾਰਟੀ ਲਿਖੂਗੀ ਜੀ, ਫਿਰ ਉਸ ਹਿਸਾਬ ਨਾਲ ਅੱਗੇ ਦਾ ਰਣਨੀਤੀ ਤਿਆਰ ਕਰੀ ਜਾਊਗੀ। ਨਹੀਂ, ਤੁਹਾਡਾ ਆਪਣਾ ਨਿੱਜੀ ਤੌਰ ਤੇ ਕਿਸ ਤਰ੍ਹਾਂ, ਜੇ ਪਿੰਡਾਂ ਦੇ ਵਿੱਚ ਚੋਣਾਂ ਲਈ ਕਾਂਗਰਸੀ ਲੀਡਰ ਵੀ ਆਉਂਦੇ ਆ, ਸਾਰਾ ਕੁਝ ਕਿਸ ਤਰ੍ਹਾਂ ਅੱਗੇ ਕੀ ਦਿਮਾਗ ਦੇ ਵਿੱਚ ਸੋਚਿਆ ਅੱਗੇ 22 ਦੇ ਅਸੀਂ ਤਾਂ ਫਿਰ ਉਹਨਾਂ ਦਾ ਪਿਓਰ ਬਾਈਕਾਟ ਉਹਨਾਂ ਨੂੰ ਘੇਰਾਂਗੇ, ਜਿਹੜਾ ਕੋਈ ਮਰਜ਼ੀ ਹੋਵੇ। ਵੀ ਜਦੋਂ ਤੁਸੀਂ ਸਾਨੂੰ ਇਹ ਰੁਜ਼ਗਾਰ ਨਹੀਂ ਦਿੱਤਾ, ਤੁਸੀਂ ਅੱਜ ਵੋਟਾਂ ਮੰਗਣ ਕੀ ਕਰਨ ਆਏ ਆ ਉਰੇ? ਅਸੀਂ ਉਹਨਾਂ ਨੂੰ ਵੋਟਾਂ ਕਦੇ ਵਾਸਤੇ ਪਾਵਾਂਗੇ? ਅਸੀਂ ਬਿਲਕੁਲ ਛਿੱਤਰ ਮਾਰ ਕੇ ਕੱਢਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਕੁਲਵੰਤ ਸਿੰਘ ਜੀ। ਪਰ ਕਿਵੇਂ ਦੇਖਦੇ ਹੋ ਸੰਘਰਸ਼ ਸ਼ੁਰੂ ਕੀਤਾ ਅਣਮਿੱਥੇ ਸਮੇਂ ਲਈ, ਪਰੰਤੂ ਦੱਸ ਰਿਹਾ ਕਿ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਕੱਢਣ ਦਾ, ਮੁਲਾਜ਼ਮਾਂ ਨੂੰ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਨੂੰ ਕੱਢਣ ਦਾ ਜਾਰੀ ਹੋਇਆ, ਇੱਕ ਪਾਸੇ ਮੀਟਿੰਗ ਸੱਦੀ ਗਈ ਸੀ ਮਸਲੇ ਦੇ ਹੱਲ ਲਈ, ਤੇ ਦੂਜੇ ਪਾਸੇ ਕਿਵੇਂ ਦੇਖਦੇ ਇਸ ਨੂੰ ਲੈ ਕੇ, ਤੇ ਅੱਗੇ ਦੀ ਕਿੱਦਾਂ ਦੀ ਰਣਨੀਤੀ ਤਿਆਰ ਕਰੂਗੀ ਯੂਨੀਅਨ? ਇਹ ਸਰਕਾਰ ਦੀਆਂ ਜੀ ਗਿੱਦੜ ਧਮਕੀਆਂ ਹੈ। ਸਰਕਾਰ ਇੰਨੇ ਮੁਲਾਜ਼ਮਾਂ ਨੂੰ ਕੱਢ ਕੇ ਕਿੱਥੋਂ ਲੈ ਕੇ ਆਊਗੀ ਜੀ? ਜੇ ਸਰਕਾਰ ਇੰਨੇ ਮੁਲਾਜ਼ਮਾਂ ਨੂੰ ਕੱਢ ਦੋਗੀ ਇੱਕਦਮ, ਆ ਜਿਹੜੀਆਂ ਇਹਨਾਂ ਕੋਲ 200 ਬੱਸਾਂ ਚੱਲਦੀਆਂ, ਉਹ ਇਹਨਾਂ ਦੇ ਮੁਲਾਜ਼ਮ ਅੱਜ ਇੱਕ ਦਿਨ ਚਲਾਉਂਦੇ, ਦੂਆ ਦਿਨ ਖੜਾਉਂਦੇ। ਅੱਜ ਮੇਰੇ ਖਿਆਲ ਸਾਡੇ ਕੋਲ 6 ਜਾਂ 7 ਬੱਸਾਂ ਚੱਲਦੀਆਂ, ਪੱਕੇ ਮੁਲਾਜ਼ਮ ਜਿਹੜੇ ਚਲਾ ਰਹੇ ਨੇ, 6 ਜਾਂ 7 ਬੱਸਾਂ ਚੱਲ ਰਹੀਆਂ, ਕੋਈ ਫਾਲਤੂ ਬੱਸਾਂ ਨਹੀਂ ਚੱਲਦੀਆਂ। ਅਗਰ ਇਹ ਸਰਕਾਰ ਸਾਨੂੰ ਕੱਢਦੀ ਹੈ ਤਾਂ ਕਿੱਥੋਂ ਲੈ ਕੇ ਆਣਗੇ ਇੰਨੇ ਵਰਕਰ? ਜੇ ਤੁਸੀਂ ਕਹਿੰਦੇ ਬੇਰੁਜ਼ਗਾਰੀ, ਤਾਂ ਬੇਰੁਜ਼ਗਾਰੀ ਵਾਲੇ ਤਾਂ ਪਹਿਲੇ ਬੈਠੇ ਅਸੀਂ। ਨਹੀਂ, ਤੁਸੀਂ ਕਹਿੰਦੇ ਜੇ ਕੱਢਦੀ ਹੈ ਤਾਂ ਕਿੱਥੋਂ ਲੈ ਕੇ ਆਣਗੇ ਵਰਕਰ? ਇਹਨਾਂ ਨੇ ਕਿਹਾ ਕਿ ਹਾਂ ਪ੍ਰਾਈਵੇਟ ਜਿਹੜੀ ਹੈਗੀਗਾ, ਜਿਹੜੇ ਟਰਾਂਸਪੋਰਟ ਇਹਨਾਂ ਦੀ ਆਪਣੀਆਂ, ਉਹਨਾਂ ਨੂੰ ਫਾਇਦਾ ਦੇਣ ਵਾਸਤੇ। ਉਹ ਤਾਂ ਚਾਹੁੰਦੇ ਫਿਰ ਉਹਨਾਂ ਨੂੰ ਫਾਇਦਾ ਹੋਵੇ, ਇਸ ਕਰਕੇ ਉਹਨੂੰ ਤੁਹਾਨੂੰ ਕੱਢ ਕੇ ਜੇ ਖੜੀਆਂ ਕਰਤੀਆਂ ਉਹਨਾਂ ਨੂੰ ਫਾਇਦਾ ਦੇਣ ਵਾਸਤੇ। ਉਹ ਤਾਂ ਸਰਕਾਰ ਤਾਂ ਪਹਿਲਾਂ ਵੀ ਕਰ ਰਹੀ ਹੈ ਜੀ। ਉਹ ਤਾਂ ਆਪ ਦੀਆਂ ਉਹਨਾਂ ਦੀਆਂ ਟਰਾਂਸਪੋਰਟਾਂ, ਹੁਣ ਵੀ ਉਹਨਾਂ ਨੂੰ ਉਹ ਫਾਇਦਾ ਦੇ ਰਹੇ ਆ। ਇਸ ਟਾਈਮ ਬਿਨਾਂ ਟਾਈਮ ਤੋਂ ਗੱਡੀਆਂ ਚੱਲ ਰਹੀਆਂ। ਅਸੀਂ ਕੱਲ੍ਹ GM ਸਾਹਿਬ ਨੇ ਵੀ ਨੋਟਿਸ ਦਿੱਤਾ ਸੀ ਵੀ ਬਿਨਾਂ ਟਾਈਮ ਤੋਂ ਗੱਡੀਆਂ ਚੱਲਦੀਆਂ, ਉਹਨਾਂ ਨੂੰ ਰੋਕਿਆ ਜਾਵੇ, ਤੇ ਕੋਈ ਵੀ ਸੁਣਾਈ ਨਹੀਂ ਇਹ ਕਰ ਰਹੇ। ਸਰਕਾਰ ਨੂੰ ਪੈਸਾ ਆਉਂਦਾ ਇਹਨਾਂ ਤੋਂ, ਅਫਸਰਾਂ ਨੂੰ ਪੈਸੇ ਮਿਲਦੇ ਪ੍ਰਾਈਵੇਟ ਤੋਂ ਖਾਣ ਨੂੰ। ਅਸੀਂ ਜੇ ਸਰਕਾਰ ਕਿਤੇ ਇਸੇ ਕਰਕੇ ਤਾਂ ਨਹੀਂ ਤੁਹਾਡੀ ਹੜਤਾਲ ਖਤਮ ਕਰਾਉਣ ਦੇ ਚੱਕਰ 'ਚ ਨਹੀਂ ਆ ਵੀ ਚੱਲਣ ਤੋਂ ਹੜਤਾਲ ਫਾਇਦਾ ਹੋਵੇ ਪ੍ਰਾਈਵੇਟ ਵਾਲਿਆਂ ਨੂੰ? ਇਹ ਤਾਂ ਸਰਕਾਰ ਦਾ ਫਾਇਦਾ ਜੀ, ਸਰਕਾਰ ਨੂੰ ਵੀ ਰੋਡਵੇਜ਼ ਦੀ ਹੜਤਾਲ ਰਹੇ, ਰੋਡਵੇਜ਼ ਘਾਟੇ ਜਾਵੇ, ਤੇ ਸਾਡੀਆਂ ਜਿਹੜੀਆਂ ਬੱਸਾਂ ਚੱਲਦੀਆਂ ਉਹ ਇਸ ਟਾਈਮ ਲਾਈਨਾਂ ਲਾਈ ਜਾ ਰਹੇ ਜੀ। ਇਹਨਾਂ ਨੂੰ ਹੁਣ ਕਰੋਨਾ ਨਹੀਂ ਦਿਖ ਰਿਹਾ ਕੋਈ ਵੀ, ਪ੍ਰਾਈਵੇਟ ਗੱਡੀਆਂ ਫੁੱਲ ਭਰ ਕੇ ਜਾ ਰਹੀਆਂ, ਇਹਨਾਂ ਨੂੰ ਕੋਈ ਕਰੋਨਾ ਦਾ ਉਹ ਨਹੀਂ ਹੈ, ਡਰ ਨਹੀਂ ਹੈਗਾ ਇਹਨਾਂ ਨੂੰ। ਤੇ ਇਸ ਤਰ੍ਹਾਂ ਜਿੱਦਾਂ ਰੋਜ਼ਾਨਾ ਦੱਸਿਆ ਕਿ 5 ਕਰੋੜ ਰੁਪਏ ਰੋਜ਼ਾਨਾ ਘਾਟਾ ਪੈ ਰਿਹਾ, ਹੁਣ ਜੇ ਲੰਬੀ ਹੜਤਾਲ ਚੱਲੇਗੀ, ਕੱਲ੍ਹ ਨੂੰ ਰੋਡਵੇਜ਼ ਨੂੰ ਘਾਟੇ 'ਚ ਦਿਖਾ ਕੇ ਇਹਨਾਂ ਨੇ ਖਤਮ ਹੀ ਕਰਤਾ ਮਹਿਕਮਾ, ਫਿਰ ਕੀ ਕਰੋਗੇ? ਅਸੀਂ ਕਹਿੰਦੇ ਆ ਜੀ, ਅਸੀਂ ਇਸ ਟਾਈਮ ਅੱਜ ਅਸੀਂ ਹੜਤਾਲ ਤੇ ਬੈਠੇ ਆ। ਜਦੋਂ ਸਾਡੀਆਂ ਗੱਡੀਆਂ ਚੱਲਦੀਆਂ ਸੀ, ਸਾਡੇ ਨਾਲ ਕੋਈ ਵੀ ਮੰਤਰੀ ਸੰਤਰੀ ਟੇਬਲ ਤੇ ਬੈਠ ਕੇ ਸਾਡੇ ਨਾਲ ਮੀਟਿੰਗ ਕਰਦੇ ਵੀ ਰੋਡਵੇਜ਼ ਘਾਟੇ 'ਚ, ਬਿਲਕੁਲ ਗਲਤ ਗੱਲ ਆ ਅਫਸਰਾਂ ਵਾਸਤੇ ਵੀ ਰੋਡਵੇਜ਼ ਘਾਟੇ ਜਾ ਰਹੀ। ਰੋਡਵੇਜ਼ ਕੋਈ ਘਾਟੇ 'ਚ ਨਹੀਂ ਜਾ ਰਹੀ। ਰੋਡਵੇਜ਼ ਸਾਡੇ ਡੀਪੂ ਦੇ ਵਿੱਚ, ਮੈਂ ਆਪਾਂ ਪਹਿਲਾਂ ਵੀ ਤੁਹਾਡੇ ਮੀਡੀਆ ਰਾਹੀਂ ਦੱਸ ਚੁੱਕਿਆ ਵੀ ਜਿਹੜੀਆਂ ਸਾਡੀਆਂ ਬੱਸਾਂ ਚੱਲਦੀਆਂ ਸੀ, ਫ੍ਰੀ ਸਫ਼ਰ ਸਹੂਲਤ ਕਰਕੇ ਵੀ ਅਸੀਂ 7-7 8-8 ਲੱਖ ਰੁਪਈਆ ਡੇਲੀ ਦਾ ਸਾਡਾ ਕੈਸ਼ ਹੁੰਦਾ ਸੀਗਾ। ਉਹ ਕੋਈ ਦਿਨ ਇਹੋ ਜਿਹਾ ਨਹੀਂ ਤਾਂ ਜਿੱਦਣ ਸਾਡਾ 7-8 ਲੱਖ ਰੁਪਏ ਦੇ ਕੈਸ਼ ਘੱਟ ਹੁੰਦਾ। ਅਸੀਂ ਕਹਿੰਦੇ ਸਰਕਾਰ ਸਾਨੂੰ ਕਿਵੇਂ ਕਹਿ ਦੂਗੀ ਰੋਡਵੇਜ਼ ਘਾਟੇ 'ਚ? ਅਸੀਂ ਸਰਕਾਰ ਦੀ ਇਹ ਚੀਜ਼ ਬਹੁਤ ਗਲਤ ਹੈ ਵੀ ਉਹ ਘਾਟੇ 'ਚ ਕਰੀ, ਰੋਡਵੇਜ਼ ਕੋਈ ਘਾਟੇ 'ਚ ਨਹੀਂ ਜਾ ਰਹੀ। ਹਾਂ, ਸਰਕਾਰ ਨੇ ਅੱਜ ਸਾਡੀ ਮੀਟਿੰਗ ਸੀਗੀ, ਮੀਟਿੰਗ ਤੇ ਕੋਈ ਸਿੱਟਾ ਨਹੀਂ ਨਿਕਲਿਆ, ਬੇਸਿੱਟਾ ਨਿਕਲੀ ਮੀਟਿੰਗ। ਔਰ ਕੱਲ੍ਹ ਦਾ ਜੋ ਪ੍ਰੋਗਰਾਮ ਹੈ ਸਾਡਾ 2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਵੀ ਹੈਗਾ ਜੀ। ਜੋ ਪਰਸੋਂ ਦਾ ਸਾਡਾ ਪ੍ਰੋਗਰਾਮ ਜੋ ਸਾਡੀ ਸੈਂਟਰ ਪਾਰਟੀ ਨੇ ਉਲੀਕਿਆ, ਉਹ ਤਿੱਖਾ ਸੰਘਰਸ਼ ਹੋਊਗਾ, ਅਣਮਿੱਥੇ ਸਮੇਂ ਵਾਸਤੇ ਹੋਊਗਾ। ਜਿੱਥੇ ਵੀ ਆਪਾਂ ਬੈਠਾਂਗੇ ਅਣਮਿੱਥੇ ਸਮੇਂ ਵਾਸਤੇ ਬੈਠਾਂਗੇ। ਔਰ ਸਾਡੇ ਨਾਲ ਸਾਡੇ ਵੀਰ ਭਰਾ, ਸਾਡੇ ਚਾਚੇ ਤਾਏ ਜ਼ਿਮੀਂਦਾਰ, ਅਸੀਂ ਉਹਨਾਂ ਦੇ ਹੀ ਬੱਚੇ ਹਾਂ।
ਉਹ ਵੀ ਸਾਡੇ ਨਾਲ ਸਾਥ ਦੇਣਗੇ, ਮੋਢੇ ਨਾਲ ਮੋਢਾ ਲਾ ਕੇ ਤੁਰਨਗੇ। ਲੰਗਰ ਦੀ ਸੇਵਾ ਸਾਡੀ ਜੋ ਜ਼ਿਮੀਂਦਾਰ ਭਰਾ ਹੈ ਉਹ ਕਰਨਗੇ। ਜਿੱਥੇ ਵੀ ਸਾਡੇ ਨਾਲ ਹੋਰ ਵੀ 12-14 ਕੈਟਾਗਰੀਆਂ ਉਹ ਸਾਡੇ ਨਾਲ ਚੱਲਣ ਦੀ ਤਿਆਰੀ ਕਰ ਰਹੀਆਂ। ਅਸੀਂ ਸਿਸਮਾ ਟੀ ਪੁਆਇੰਟ ਜੋ ਇਸ ਟਾਈਮ ਹਿਮਾਚਲ ਨੂੰ ਵੀ ਰਸਤਾ ਜਾਂਦਾ, ਮੰਤਰੀਆਂ ਸ਼ਾਂਤਰੀਆਂ ਦੇ ਮਹਿਲਾਂ ਨੂੰ ਵੀ ਰਸਤਾ ਜਾਂਦਾ, ਉਹ ਅਸੀਂ ਘੇਰਾਂਗੇ। ਜਦੋਂ ਤੱਕ ਨੋਟੀਫਿਕੇਸ਼ਨ ਉੱਥੇ ਨਹੀਂ ਹੁੰਦਾ ਉਦੋਂ ਤੱਕ ਅਸੀਂ ਉਹ ਟੀ ਪੁਆਇੰਟ ਨਹੀਂ ਛੱਡਾਂਗੇ ਜੀ। ਬਿਲਕੁਲ। ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਜੀ। ਕਿੰਨੇ ਪੜ੍ਹੇ ਹੋ? ਮੈਂ BA ਕੀਤੀ ਹੋਈ। BA ਕੀਤੀ ਹੋਈ ਆ। ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੀ ਗੱਲ ਕੀਤੀ ਜਾਵੇ, ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਈ ਸੀ। ਅੱਜ ਬੇਰੋਜ਼ਗਾਰੀ ਵੀ ਆ, ਨਸ਼ਿਆਂ ਦੇ ਵਿੱਚ ਵੀ ਨੌਜਵਾਨ ਆ, ਗੈਂਗਸਟਰ ਵੀ ਆ, ਤੇ ਇੱਕ ਪਾਸੇ ਜਿਹੜੇ ਰੋਜ਼ਗਾਰ ਤੇ ਲੱਗੇ ਹੋਏ ਨੇ, ਜਿਵੇਂ ਦੱਸਿਆ ਕਿ ਹੁਣ ਕਿਹੜਾ ਫਾਰਗ ਕਰਨ ਦਾ ਆਰਡਰ ਕਰ ਦਿੱਤਾ। ਜੇ ਬੇਰੋਜ਼ਗਾਰ ਹੋ ਜਾਂਦੇ ਤਾਂ ਕੌਣ ਜ਼ਿੰਮੇਵਾਰ ਇਹਦੇ ਪਿੱਛੇ? ਜਿਹੜੀ ਬੇਰੋਜ਼ਗਾਰੀ ਆ, ਗੈਂਗਸਟਰ ਬਣਦੇ ਆ, ਨਸ਼ਿਆਂ ਦੇ ਵਿੱਚ ਨੌਜਵਾਨ ਜਾ ਰਹੇ, ਕਿਸ ਨੂੰ ਜ਼ਿੰਮੇਵਾਰ ਮੰਨਦੇ ਉਸ ਦੇ ਲਈ? ਬੇਰੋਜ਼ਗਾਰੀ ਦੇ ਵਿੱਚ ਜੇ ਤਾਂ ਦੇਖਿਆ ਜਾਵੇ, ਜਿਵੇਂ ਗੈਂਗਸਟਰ ਤੁਸੀਂ ਕਹਿ ਰਹੇ ਆ, ਨਸ਼ੇ ਕਰ ਰਹੇ ਆ ਸਾਡੇ ਯੂਥ, ਉਹਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਜ਼ਿੰਮੇਵਾਰ ਹੈ ਉਹ ਸਰਕਾਰ ਹੀ ਹੈ ਜੀ। ਕਿਉਂਕਿ ਜੇ ਸਰਕਾਰ ਚਾਹੇ, ਜਿਵੇਂ ਇਹਨਾਂ ਨੇ ਕਿਹਾ ਸੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਕਿਹਾ ਸੀ ਕਿ ਮੈਂ 1 ਹਫ਼ਤੇ ਦੇ ਵਿੱਚ ਮੈਂ ਲੱਕ ਤੋੜ ਦੂੰਗਾ, 1 ਮਹੀਨੇ ਦੇ ਵਿੱਚ ਲੱਕ ਤੋੜ ਦੂੰਗਾ ਨਸ਼ੇ ਦਾ। ਕੋਈ ਇਹੋ ਜਿਹੀ ਕੋਈ ਪ੍ਰਤੀਕਿਰਿਆ ਨਹੀਂ ਕੀਤੀ, ਕੋਈ ਫੰਦ ਨਹੀਂ ਲਾਇਆ ਇਸ ਚੀਜ਼ ਨੂੰ ਕਿ ਅਸੀਂ ਨਸ਼ਾ ਖਤਮ ਕਰ ਦਈਏ। ਰਹੀ ਗੱਲ ਬੇਰੁਜ਼ਗਾਰੀ ਦੀ, ਬੇਰੁਜ਼ਗਾਰ ਬਹੁਤ ਜ਼ਿਆਦਾ ਨੇ। ਪਿਛਲੇ ਬੰਦਿਆਂ ਨੂੰ ਜਿਹੜੇ ਬੇਰੁਜ਼ਗਾਰ ਉਹਨਾਂ ਨੂੰ ਨੌਕਰੀ ਤਾਂ ਮਿਲੇਗੀ ਜਿਹੜੇ ਪਹਿਲਾਂ ਰੱਖੇ ਹੋਏ ਠੇਕੇ ਤੇ ਕੰਟਰੈਕਟ ਤੇ, ਜੇ ਉਹਨਾਂ ਨੂੰ ਰੈਗੂਲਰ ਕਿਸੇ ਮਹਿਕਮੇ ਦੇ ਵਿੱਚ ਰੱਖਿਆ ਜਾਵੇ। ਅੱਜ ਕੱਲ੍ਹ ਇਹੋ ਜਿਹੇ ਮਹਿਕਮੇ ਵੀ ਇਹਨਾਂ ਨੇ ਪੈਦਾ ਕਰਤੇ ਜਿਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਵਾਂਗ 6-6 ਮਹੀਨੇ ਬਾਅਦ ਬ੍ਰੇਕ ਲਗਾ ਦਿੰਦੇ ਆ ਜੀ। ਇਹੋ ਜਿਹੇ ਮਹਿਕਮੇ ਵੀ ਇਹਨਾਂ ਨੇ ਬਣਾਤੇ ਜੀ। ਕਾਰਪੋਰੇਸ਼ਨ ਜਿਹੜੇ ਇਹਨਾਂ ਦੇ ਵੱਡੇ ਆਪਣੇ ਇਹਨਾਂ ਦੇ ਰਿਸ਼ਤੇਦਾਰ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਭਾਈਵਾਲ ਨੇ, ਉਹਨਾਂ ਨੂੰ ਦੇਖ ਕੇ ਇਹੋ ਜਿਹੇ ਕਾਨੂੰਨ ਪਾਸ ਕਰਤੇ ਕਿ 6 ਮਹੀਨੇ ਬਾਅਦ ਬ੍ਰੇਕ ਲਗਾ ਦਿਓ, ਦੂਜੇ ਬੰਦੇ ਨੂੰ ਦੇ ਦਿਓ, ਤਾਂ ਕਿ ਇਹਨਾਂ ਦੇ ਜਿਹੜੇ ਆਪਣੇ ਹੱਕਾਂ ਵਾਸਤੇ ਕੋਈ ਬੰਦਾ ਆਪਣੀ ਆਵਾਜ਼ ਨਾ ਉਠਾ ਸਕੇ, ਆਪਣੇ ਪੱਕੇ ਹੋਣ ਵਾਸਤੇ ਕੋਈ ਇਹਨਾਂ ਕੋਲ ਜਾ ਕੇ ਆਪਣੀ ਗੁਹਾਰ ਨਾ ਲਾ ਸਕੇ, ਕੋਈ ਕੇਸ ਨਾ ਪਾ ਸਕੇ। ਕਾਨੂੰਨੀ ਕਾਰਵਾਈ ਨੂੰ ਉਹਦੇ ਕਾਨੂੰਨ ਦੇ ਵਿੱਚ ਉਹਨੂੰ ਆਣ ਹੀ ਨਹੀਂ ਦਿੰਦੇ। ਇੰਨਾ ਮਾੜੀ ਹਾਲਤ ਇਸ ਟਾਈਮ ਸਾਡੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਸ ਨੇ ਕਰ ਦਿੱਤਾ ਜੀ। ਪੰਜਾਬ ਦੇ ਨੌਜਵਾਨ ਪੜ੍ਹਦੇ ਲਿਖਦੇ ਆ, ਪੈਸੇ ਖਰਚਦੇ, ਮਾਂ-ਬਾਪ ਦਾ ਇੱਕ ਸੁਪਨਾ ਹੁੰਦਾ ਕਿ ਰੋਜ਼ਗਾਰ ਤੇ ਲੱਗਣਗੇ, ਪਰੰਤੂ ਰੋਜ਼ਗਾਰ ਦੇਣ ਵਾਲੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਘਰ ਘਰ ਰੋਜ਼ਗਾਰ ਦੇਵਾਂਗੇ, ਉਹਨਾਂ ਦੇ ਹੁਣ ਜੇ ਰੋਜ਼ਗਾਰ ਤੁਸੀਂ ਪੱਕੇ ਹੋਣ ਦੀ ਗੱਲ ਕਰਦੇ ਹੋ ਤਾਂ ਕਹਿੰਦੇ ਆ ਕਿ ਫਾਰਗ ਕਰ ਦਿਓ, ਕੱਢ ਦਿਓ। ਕਿਵੇਂ ਦੇਖਦੇ ਹੋ ਕੱਲ੍ਹ ਨੂੰ ਜਿਹੜੇ ਗਲਤ ਰਸਤੇ ਤੇ ਜਾਂਦੇ ਆ, ਜੇ ਕੱਢ ਦਿੰਦੇ ਇੰਨੇ ਨੌਜਵਾਨ? ਮੈਂ ਦਿਖਾਵਾਂ ਚਾਹਾਂ ਕਿੰਨੇ ਨੌਜਵਾਨ ਜਿਹੜੇ ਹੈਗੇ ਇੱਥੇ ਖੜੇ ਆ, ਅਗਰ ਸਰਕਾਰ ਇਹਨਾਂ ਨੂੰ ਕੱਢ ਦਿੰਦੀ ਆ, ਬੇਰੁਜ਼ਗਾਰ ਹੋ ਜਾਂਦੇ ਆ, ਇਹ ਗਲਤ ਰਾਹ ਤੇ ਤੁਰ ਪੈਂਦੇ ਆ, ਨਸ਼ਿਆਂ ਦੇ ਵਿੱਚ ਪੈ ਜਾਂਦੇ ਆ, ਫਿਰ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਫਿਰ ਇਸ ਲਈ? ਮੈਂ ਇਸ ਦਾ ਜ਼ਿੰਮੇਵਾਰ ਵੀ ਸਰਕਾਰ ਨੂੰ ਮੰਨਦਾ ਜੀ। ਸਾਡੇ ਸਿਆਣਿਆਂ ਦੀ ਕਹਾਵਤ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਜੀ। ਜਦੋਂ ਵਿਹਲੇ ਹੋ ਜਾਣਗੇ ਤਾਂ ਗਲਤ ਪਾਸੇ ਨੂੰ ਤਾਂ ਆਪਣੇ ਆਪ ਤੁਰਨਗੇ ਜੀ। ਜੇ ਅਸੀਂ ਕਿਸੇ ਵੀ ਬੰਦਾ, ਚਾਹੇ ਤੁਸੀਂ ਆ ਚਾਹੇ ਮੈਂ ਆ, ਮੈਨੂੰ ਕੋਈ ਕੰਮ, ਮੇਰੇ 12 ਘੰਟੇ ਮੈਂ ਕੰਮ ਕਰ ਰਿਹਾ ਜੀ, ਮੈਨੂੰ ਉਸ ਦੀ ਉਜਰਤਾ ਮੈਨੂੰ ਪੂਰੀ ਮਿਲ ਰਹੀ ਹੈ, ਮੈਨੂੰ ਤਨਖਾਹ ਪੂਰੀ ਮੈਨੂੰ ਮੇਰੀ ਸਰਕਾਰ ਦੇ ਰਹੀ ਹੈ, ਮੇਰੀ ਗੌਰਮੈਂਟ ਜਿਹਦੇ ਮੈਂ ਅੰਡਰ ਮੈਂ ਕੰਮ ਕਰ ਰਿਹਾ, ਤਾਂ ਓਬਵੀਅਸਲੀ ਉਹਦੇ ਦਿਮਾਗ ਵਿੱਚ ਕੋਈ ਇਹੋ ਜਿਹਾ ਹਰਕਤ ਹੀ ਨਹੀਂ ਆਵੇਗੀ ਕਿ ਉਹ ਗਲਤ ਕੰਮ ਕਰੇ। ਕਿਉਂ ਗੈਂਗਸਟਰ ਬਣਨਗੇ ਜੀ? ਕਿਉਂ ਕੋਈ ਨਸ਼ੇ ਕਰੇਗਾ? ਜਦੋਂ ਉਹਨੂੰ ਪੂਰੀ ਤਨਖਾਹ ਮਿਲੀ, ਘਰ ਜਾ ਕੇ ਆਪਣਾ ਪਰਿਵਾਰ ਚੰਗੀ ਤਰ੍ਹਾਂ ਪਾਲੇਗਾ ਜੀ, ਉਹਦਾ ਦਿਮਾਗ ਹੋਰ ਪਾਸੇ ਜਾਏਗਾ ਹੀ ਨਹੀਂ। ਇਸ ਲਈ ਪੂਰੀ ਤਰ੍ਹਾਂ ਇਹ ਜ਼ਿੰਮੇਵਾਰ ਜੋ ਵੀ ਇਹ ਚੀਜ਼ ਹੋ ਰਿਹਾ, ਅੱਜ ਦਾ ਜੋ ਹਾਲਾਤ ਪੰਜਾਬ ਦੇ ਬਣ ਗਏ, ਉਹ ਸਿੱਧੇ ਤੌਰ ਤੇ ਸਰਕਾਰ ਉਹਦੀ ਜ਼ਿੰਮੇਵਾਰ ਹੈ ਜੀ। ਚੋਣਾਂ ਵੀ ਨਜ਼ਦੀਕ ਆ ਰਹੀਆਂ, ਕਾਂਗਰਸ ਦੇ ਜਿਹੜੇ ਹੈਗੇ ਆ ਲੀਡਰ ਤਿਆਰੀਆਂ ਕਰ ਰਹੇ, ਅੱਗੇ ਚੋਣਾਂ ਜਿੱਤਣ ਵਾਸਤੇ ਬੜੇ ਬੜੇ ਦਾਅਵੇ ਕੀਤੇ ਜਾ ਰਹੇ ਆ, ਤੇ ਸਰਕਾਰ ਵੱਲੋਂ, ਕਾਂਗਰਸ ਦੀ ਸਰਕਾਰ ਵੱਲੋਂ ਅਜਿਹੇ ਫੈਸਲੇ ਜੋ ਕੀਤੇ ਜਾ ਰਹੇ ਚੋਣਾਂ ਤੋਂ ਪਹਿਲਾਂ, ਜੋ ਕਾਂਗਰਸ ਦੇ ਉਮੀਦਵਾਰਾਂ ਦੇ ਖਿਲਾਫ ਜਾ ਰਹੇ, ਕਿਵੇਂ ਦੇਖਦੇ ਹੋ ਉਹਨਾਂ ਫੈਸਲਿਆਂ ਨੂੰ? ਕੀ ਚਾਹੁੰਦੀ ਹੈ ਮੁੱਖ ਮੰਤਰੀ, ਕੀ ਚਾਹੁੰਦੇ ਨੇ ਕਿ ਉਮੀਦਵਾਰ ਜਿਹੜੇ ਹੈਗੇ ਚੋਣਾਂ ਦੇ ਵਿੱਚ ਕਾਂਗਰਸ ਜਿੱਤੇ ਨਾ, ਜਾਂ ਕਿਵੇਂ ਦੇਖਦੇ ਹੋ? ਜਿਵੇਂ ਕਿ ਸਿੱਧੂ ਔਰ ਕੈਪਟਨ ਦੀ ਆਪਸ ਵਿੱਚ ਲੜਾਈ ਚੱਲ ਰਹੀ ਆ, ਕਿਵੇਂ ਦੇਖਦੇ ਹੋ ਇਸ ਨੂੰ ਕਿ ਕਾਂਗਰਸ ਨੂੰ ਨਹੀਂ ਚਾਹੁੰਦੇ ਕੈਪਟਨ ਕਿ ਕਾਂਗਰਸ ਜਿੱਤੇ ਪੰਜਾਬ 'ਚ? ਦੇਖੋ, ਜਿਹੜਾ ਕੈਪਟਨ ਦਾ ਸਿੱਧਾ ਮੋਟਿਵ ਹੈ ਕਿ ਉਹਨੇ ਕੁਝ ਨਹੀਂ ਕਰਨਾ, ਕਿਉਂਕਿ 4.5 ਸਾਲ ਹੋ ਚੁੱਕੇ, 4.5 ਕਿਉਂ ਪੂਰੇ 5 ਸਾਲ ਹੀ ਹੋ ਚੱਲੇ, 1-2 ਮਹੀਨੇ ਰਹਿ ਗਏ ਸਰਕਾਰ ਦੇ ਚੋਣ ਜਾਬਤਾ ਲੱਗਣ ਨੂੰ, ਤੇ ਪੂਰੀ ਤਰ੍ਹਾਂ ਨਾਲ ਸਰਕਾਰ ਇਸ ਟਾਈਮ ਖਤਮ ਹੋਣ ਦੀ ਕਗਾਰ ਤੇ ਹੈ ਜੀ। ਜੇ ਜਿਸ ਬੰਦੇ ਦੀ ਨੀਤ ਹੁੰਦੀ ਕਰਨ ਦੀ ਕੁਛ, ਉਹ ਪਹਿਲਾਂ ਤੋਂ ਇੱਕ ਆਪਣਾ ਮੋਟਿਵ ਲੈ ਕੇ ਚੱਲਦਾ ਕਿ ਮੈਂ ਇਹ ਕਰਨਾ ਹੈ ਆਪਣੇ ਪੰਜਾਬ ਦੇ ਵਿੱਚ, ਆਪਣੇ ਹਲਕੇ। ਕੋਈ ਵੀ ਇੱਥੇ ਸਾਡਾ MLA ਕਿਸੇ ਨੇ ਕੁਝ ਨਹੀਂ ਕੀਤਾ ਜੀ, ਜਿੰਨੇ ਵੀ ਦੇ ਮੰਤਰੀ ਸ਼ੰਤਰੀ ਸੀ ਕਿਸੇ ਨੇ ਕੁਝ ਨਹੀਂ ਕੀਤਾ, ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ, ਸਿਰਫ ਆਪਣੇ ਘਰ ਭਰੇ ਨੇ। ਤੇ ਜਿਹੜੀ ਆ ਰਹੀ ਗੱਲ ਸਿੱਧੂ ਔਰ ਕੈਪਟਨ ਦੀ, ਇਹ ਤਾਂ ਇੱਕ ਸਿਰਫ ਚੋਣ ਸਟੰਟ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾ ਦਿਓ ਤਾਂ ਕਿ ਲੋਕ ਇਹਦੇ ਕਿ ਨਹੀਂ ਲੱਗ ਜਾਣਗੇ। ਪਰ ਤੁਸੀਂ ਪਿਛਲੇ ਦਿਨੀ ਦੇਖਿਆ, ਹਰੇਕ ਹਲਕੇ ਦੇ ਵਿੱਚ ਜਿੱਥੇ ਵੀ ਸਿੱਧੂ ਗਿਆ ਹੈ, ਨਵਜੋਤ ਸਿੰਘ ਸਿੱਧੂ ਗਿਆ, ਚਾਹੇ ਸਾਡੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਆਇਆ, ਪੂਰੀ ਤਰ੍ਹਾਂ ਨਾਲ ਇਹਦਾ ਵਿਰੋਧ ਹੋਇਆ ਜੀ। ਉਹ ਕੱਲਾ ਸਿਰਫ ਕਿਸਾਨ ਪਾਰਟੀ ਨੇ ਨਹੀਂ ਕਰਿਆ, ਹਰ ਵਰਗ ਨੇ, ਮੁਲਾਜ਼ਮ ਵਰਗ ਨੇ, ਹਰੇਕ ਵਰਗ ਨੇ ਇਹਦਾ ਵਿਰੋਧ ਕਰਿਆ ਜੀ, ਔਰ ਅਸੀਂ ਅੱਗੇ ਵੀ ਕਰਾਂਗੇ। ਹਾਂ, ਅੱਜ ਸਾਡੇ ਕਿਸੇ, ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਇਕੱਲੇ ਮਹਿਕਮੇ ਨੂੰ ਸਾਨੂੰ ਇਹ ਰੁਜ਼ਗਾਰ ਦੇ ਦੇਵੇ, ਸਾਨੂੰ ਪੱਕੇ ਕਰਦੇ ਸੀ, ਇਹਦਾ ਸਵਾਗਤ ਕਰਾਂਗੇ। ਸਾਡੇ ਜਿੰਨੇ ਵੀ ਵਰਗ ਸਾਡੇ ਦੁਖੀ ਆ,
ਕਿ ਸਰਕਾਰਾਂ ਤੋਂ ਚਾਹੇ ਸੈਂਟਰ ਸਰਕਾਰਾਂ ਤੋਂ ਜਦੋਂ ਤੱਕ ਉਹ ਸਾਡੇ ਮਸਲੇ ਹੱਲ ਨਹੀਂ ਹੋ ਜਾਂਦੇ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕੀਤਾ ਜਾਊਗਾ। ਜੇ ਸਾਡੇ ਮਸਲੇ ਹੱਲ ਕਰ ਦਿੰਦੇ ਆ ਅਸੀਂ ਪੂਰਾ ਭਰੋਸਾ ਦਿਵਾਉਂਦੇ ਸਰਕਾਰ ਨੂੰ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਅਸੀਂ ਇਹਨੂੰ ਜਿਤਾਵਾਂਗੇ ਵੀ। ਪਰ ਜੇ ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਿਆ ਤਾਂ ਇਹਨਾਂ ਨੂੰ ਅਸੀਂ ਲਾਉਣ ਵਿੱਚ ਵੀ ਪੂਰਾ ਜ਼ੋਰ ਦਿਖਾਵਾਂਗੇ ਜੀ। ਕਿਵੇਂ ਦੇਖਦੇ ਹੋ? ਆਖਰੀ ਸਵਾਲ ਆ, ਕਾਂਗਰਸ ਜਿਹੜੀ ਆ ਹਰ ਮੁਲਾਜ਼ਮ ਜਿਹੜੇ ਹੈਗੇ ਸਾਰੇ ਪੈਨਸ਼ਨਰ ਹੋਵੇ ਕੋਈ ਵੀ ਮੁਲਾਜ਼ਮ ਪੰਜਾਬ ਸਰਕਾਰ ਦੇ ਖਿਲਾਫ ਆ। ਅਗਰ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ, ਕੀ ਲੱਗਦਾ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਸਰਕਾਰ, ਕਾਂਗਰਸ ਪਾਰਟੀ ਜਿਹੜੀ ਆ ਦੁਬਾਰਾ ਸੱਤਾ ਦੇ ਵਿੱਚ ਆ ਸਕਦੀ ਹੈ ਕਿ ਨਹੀਂ ਆ ਸਕਦੀ? ਉਹ ਤਾਂ 100% ਜੀ, ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ 100% ਇਹਨਾਂ ਦਾ ਹੈਗਾ ਕਿ ਇਹ ਸੱਤਾ ਵਿੱਚ ਨਹੀਂ ਆ ਸਕਦੇ ਜੀ। ਜੇਕਰ ਜਿਸ ਰਾਜੇ ਦੀ ਪ੍ਰਜਾ ਹੀ ਖੁਸ਼ ਨਹੀਂ ਹੈ ਉਹ ਰਾਜਾ ਦੁਬਾਰਾ ਕਿਵੇਂ ਆ ਜਾਏਗਾ ਜੀ? ਉਸ ਰਾਜੇ ਦਾ ਵਿਰੋਧ ਹੋਏਗਾ ਹੀ ਹੋਏਗਾ। ਇਹ ਆਪਣੇ ਆਪ ਨੂੰ ਰਾਜਾ ਮਹਾਰਾਜਾ ਕਹਿੰਦਾ, ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦਾ ਕਿ ਉਹਨਾਂ ਦੇ ਵਰਗਾ ਰਾਜ ਚਲਾਣਾ, ਉਹਨਾਂ ਦੇ ਤਾਂ ਪੈਰਾਂ ਬਰਾਬਰ ਵੀ ਨਹੀਂ ਹੈ ਜੀ ਕੈਪਟਨ। ਇਹ ਨਹੀਂ ਕਰ ਸਕਦਾ, ਇਹਦੀ ਸੱਤਾ ਨਹੀਂ ਆਏਗੀ 2022 ਦੇ ਵਿੱਚ ਜੇਕਰ ਇਹ ਸਾਡੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕਰਦਾ, ਔਰ ਨਾ ਹੀ ਅਸੀਂ ਆਣ ਦੇਵਾਂਗੇ। ਅਸੀਂ ਆਮ ਜਨਤਾ ਨੂੰ ਵੀ ਜਾਗਰੂਕ ਕਰਾਂਗੇ। ਅੱਜ ਵੀ ਸਾਡੀ ਰੈਲੀ ਹੋਈ ਆ ਪੂਰੇ ਰੋਪੜ ਸ਼ਹਿਰ ਦੇ ਵਿੱਚ, ਪੂਰੀ ਸਿਟੀ ਦੇ ਵਿੱਚ ਅਸੀਂ ਇਹੀ ਜਾਗਰੂਕਤਾ ਕਰੀ ਆ ਕਿ ਜੇਕਰ ਇਹ ਕੋਈ ਹੱਲ ਮੁਲਾਜ਼ਮਾਂ ਦਾ ਨਹੀਂ ਕਰਦਾ ਤਾਂ ਇਹਨੂੰ ਬਿਲਕੁਲ ਨਾ ਆਣ ਦਿਓ, ਇਹਦਾ ਪੁਰਜ਼ੋਰ ਵਿਰੋਧ ਕਰਾਂਗੇ ਜੀ ਅਸੀਂ। ਸੋ ਬਿਲਕੁਲ ਮੁਲਾਜ਼ਮਾਂ ਨੇ ਜਿਹੜਾ ਹੈਗਾ ਪੰਜਾਬ ਰੋਡਵੇਜ਼ ਪਨ ਵਸਤ ਤੇ ਜਿਹੜੇ ਹੈਗੇ ਆ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ, ਕਿਉਂਕਿ ਅੱਜ ਦੀ ਜੋ ਗੱਲਬਾਤ ਮੁੱਖ ਮੰਤਰੀ ਦੇ ਨਾਲ ਮੀਟਿੰਗ ਰਖਵਾਈ ਗਈ ਸੀ। ਪਹਿਲੀ ਗੱਲ ਆ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਨਹੀਂ ਆਏ, ਜਿਸ ਨੂੰ ਲੈ ਕੇ ਮੁਲਾਜ਼ਮ ਕਾਫੀ ਖਫਾ ਨੇ ਤੇ ਮੀਟਿੰਗ ਦੇ ਦੌਰਾਨ ਇਹਨਾਂ ਦੀ ਜਿਹੜੀਆਂ ਹੈਗੀਆਂ ਮੰਗਾਂ ਨੂੰ ਲੈ ਕੇ ਜੋ ਗੱਲਬਾਤ ਹੋਈ ਆ ਉਹ ਸਿਰੇ ਨਹੀਂ ਚੜੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ। ਜਿਸ ਤੋਂ ਬਾਅਦ ਹੁਣ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਹੁਣ ਮੁਲਾਜ਼ਮ ਤਿੱਖਾ ਸੰਘਰਸ਼ ਜਿਹੜਾ ਹੈਗਾ ਕਰਨਗੇ ਅਣਮਿੱਥੇ ਸਮੇਂ ਲਈ। ਕੈਪਟਨ ਦਾ ਮੁੱਖ ਮੰਤਰੀ ਦਾ ਫਾਰਮ ਹਾਊਸ ਜਿਹੜਾ ਹੈਗਾ ਘੇਰੇ ਜਾਵੇ। ਇਸ ਤੋਂ ਇਲਾਵਾ 22 ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਦੇ ਵੱਲੋਂ। ਪੰਜਾਬ ਭਰ ਦੇ ਜਿਹੜੇ ਹੈਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾਵੇਗਾ। ਕਾਂਗਰਸ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੇ ਲਈ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ। ਆਮ ਤੌਰ ਤੇ ਜਦੋਂ ਸੱਤਾ ਤੇ ਕਾਬਜ਼ ਜਿਹੜੀਆਂ ਹੈਗੀਆਂ ਸਿਆਸੀ ਪਾਰਟੀਆਂ ਸਰਕਾਰਾਂ ਦਾ ਜਿਹੜਾ ਆਖਰੀ ਸਮਾਂ ਹੁੰਦਾ ਹੈ 5 ਸਾਲ ਦੇ ਵਿੱਚ ਜਿਹੜਾ ਹੈਗੇ ਆਖਰੀ 4-6 ਮਹੀਨੇ ਹੁੰਦੇ ਆ, ਆਮ ਤੌਰ ਤੇ ਜਿਹੜੇ ਹੈਗੇ ਮੁੱਖ ਮੰਤਰੀ ਲੋਕਾਂ ਨੂੰ ਜਿਹੜਾ ਹੈਗਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਆ। ਹਰ ਵਰਗ ਦੇ ਜਿਹੜੇ ਹੈਗੀਆਂ ਗੱਲਾਂ ਜਿਹੜੀਆਂ ਮੰਨੀਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਂਦੀਆਂ। ਪਰੰਤੂ ਜਿਸ ਤਰ੍ਹਾਂ ਕਾਂਗਰਸ ਸਰਕਾਰ ਦੇ ਵੱਲੋਂ ਇਹਨਾਂ ਆਖਰੀ ਜਿਹੜੀ ਹੈਗੀ ਆ ਸੱਤਾ ਦੇ 4-6 ਮਹੀਨੇ ਜਿਹੜੇ ਰਹਿੰਦੇ ਆ ਉਸ ਦੇ ਵਿੱਚ ਮੁਲਾਜ਼ਮ ਵਰਗ ਤੇ ਹੋਰ ਵੱਖ-ਵੱਖ ਜਿਹੜੇ ਹੈਗੇ ਵਰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ, ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਕਿਤੇ ਨਾ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਉੱਠ ਰਿਹਾ ਕਿ ਉਹ ਚਾਹੁੰਦੇ ਨਹੀਂ ਕਿ 22 ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਹੈਗੀ ਹੈ ਸਰਕਾਰ ਦੁਆਰਾ ਬਣੇ। ਸ਼ਾਇਦ ਇਸੇ ਕਰਕੇ ਉਹ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਖਿਲਾਫ ਕਰ ਰਹੇ ਨੇ। ਵੱਡੇ ਸਵਾਲ ਉੱਠ ਰਹੇ ਨੇ ਮੁੱਖ ਮੰਤਰੀ ਤੇ ਕਿ ਆਖਰ ਉਹ ਕਿਉਂ ਹਰ ਵਰਗ ਨੂੰ ਕਾਂਗਰਸ ਪਾਰਟੀ ਦੇ ਖਿਲਾਫ ਖੜਾ ਕਰ ਰਹੇ ਨੇ 22 ਦੀਆਂ ਚੋਣਾਂ ਦੇ ਲਈ। ਸੋ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣਗੇ ਜਾਂ ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਪਨ ਬੱਸ ਦੀਆਂ ਬੱਸਾਂ, ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਚੱਕਾ ਜਾਮ ਰਹੇਗਾ ਤੇ ਸਰਕਾਰ ਨੂੰ ਰੋਜ਼ਾਨਾ 5 ਕਰੋੜ ਰੁਪਏ ਦਾ ਘਾਟਾ ਪੈਂਦਾ ਰਹੇਗਾ। ਇਹ ਹੁਣ ਦੇਖਣਾ ਹੋਵੇਗਾ। ਰੂਪਨਗਰ ਤੋਂ ਸਤਨਾਮ ਸਿੰਘ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।